ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV ਤੇ ਪ੍ਰੋਗਰਾਮ ਅਖਬਾਰਨਾਮਾ ਇੱਕ ਵਾਰ ਫੇਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਮੋਹਿਤ ਰੂਬਲ ਤੇ ਮੈਂ ਜਤਿੰਦਰ ਸਿੰਘ ਖਹਿਰਾ। ਔਰ ਪੰਜਾਬ ਦੀ ਜਿਹੜੀ ਠੰਡ ਹੈ ਸ਼ਾਇਦ ਜ਼ਿਆਦਾ ਆ ਦਿੱਲੀ ਦੇ ਮੁਕਾਬਲੇ। ਹਾਂਜੀ ਹਾਂਜੀ, ਤੁਸੀਂ ਹੋ ਕੇ ਆਏ ਹੋ ਸਿੰਘੂ ਬਾਰਡਰ ਤੋਂ ਤੇ ਉੱਥੇ ਦਾ ਪਹਿਲਾਂ ਹਾਲ ਪੁੱਛਦੇ ਹਾਂ ਕਿ ਖਹਿਰਾ ਸਾਹਿਬ, ਕਿਉਂਕਿ ਜਿਹੜੇ ਕਿਸਾਨ ਨੇ ਉਹ ਲਗਾਤਾਰ 28ਵੇਂ ਦਿਨ ਜਿਹੜਾ ਮੈਂ ਕਹਾਂਗੀ ਅੱਜ ਜਿਹੜਾ ਸ਼ੁਰੂ ਹੋ ਚੁੱਕਿਆ ਐਂਡ 28ਵੇਂ ਦਿਨ ਸੰਘਰਸ਼ ਜਾਰੀ ਹੈ। ਗੂੰਗੀਆਂ ਬਹਿਰੀਆਂ ਅੰਨੀਆਂ ਸਰਕਾਰਾਂ ਦੇ ਅੱਗੇ ਜਿਹੜਾ ਮੁਜ਼ਾਹਰਾ ਕੀਤਾ ਜਾ ਰਿਹਾ, ਜੋ ਕਿ ਅਣਦੇਖਾ ਹੋ ਰਿਹਾ, ਅਣਸੁਣਾ ਕੀਤਾ ਜਾ ਰਿਹਾ। ਸੋ ਤੁਸੀਂ ਉੱਥੇ ਲਾਈਵ ਉੱਥੇ ਰਹਿ ਕੇ ਆਏ ਹੋ, ਉੱਥੋਂ ਦੀ ਜਿਹੜੀ ਚੀਜ਼ ਹੰਢਾ ਕੇ ਆਏ ਹੋ, ਸੋ ਕਿਵੇਂ ਦਾ ਰਿਹਾ ਐਕਸਪੀਰੀਅੰਸ? ਪਹਿਲਾਂ ਐਕਸਪੀਰੀਅੰਸ ਦੀ ਗੱਲ ਕੀਤੀ ਜਾਵੇ ਤਾਂ ਮੋਹਿਤ ਜੀ, ਉਹ ਜਿਹੜੀ ਜਗ੍ਹਾ ਆ ਉਹ ਇੱਦਾਂ ਦੀ ਜਗ੍ਹਾ ਬਣ ਗਈ ਆ, ਤੁਹਾਨੂੰ ਲੱਗਦਾ ਕਿ ਉਹ ਪੁਰਾਣਾ ਪੰਜਾਬ ਆ। ਕਿਉਂਕਿ ਸਾਡੇ ਉਹ ਮਲੇਰਕੋਟਲੇ ਵਾਲੇ ਜਿਹੜੇ ਬਾਈ ਆਏ ਹੋਏ ਨੇ, ਉਹ ਬਿਰਿਆਨੀ ਜਾਂ ਕਹਿ ਲਓ ਜਾਂ ਮਿੱਠੇ ਚੌਲ ਕਹਿ ਲਓ, ਉਹਨਾਂ ਦਾ ਲੰਗਰ ਚੱਲਦਾ ਹੈ। ਜਦੋਂ ਤੁਸੀਂ ਉੱਥੇ ਉਤਰਦੇ ਆ, ਮੇਰਾ ਤਾਂ ਐਕਸਪੀਰੀਅੰਸ ਸੀਗਾ, ਤੁਹਾਡੇ ਰੌਂਗਟੇ ਖੜੇ ਹੋ ਜਾਂਦੇ ਆ। ਤੁਸੀਂ ਦੇਖਦੇ ਆ ਕਿ ਬਾਈ ਉਹ 25 ਕਿਲੋਮੀਟਰ ਸਿੰਘੂ ਤੋਂ ਲੈ ਕੇ ਕੁੰਡਲੀ ਬਾਰਡਰ ਜਿਹੜਾ ਏਰੀਆ ਆ, ਤਕਰੀਬਨ 20-25 ਕਿਲੋਮੀਟਰ ਦਾ ਏਰੀਆ, ਜਿੱਥੇ ਹਰਿਆਣੇ ਵਾਲੇ ਪਹਿਲਾਂ ਆਉਂਦੇ ਨੇ, ਫਿਰ ਉਹ ਤੋਂ ਥੋੜ੍ਹਾ ਜਿਹਾ ਅੱਗੇ ਆ ਜਾਓ ਤਾਂ ਫਿਰ ਮਲੇਰਕੋਟਲੇ ਵਾਲਿਆਂ ਦਾ ਲੰਗਰ ਆ। ਫਿਰ ਇੱਦਾਂ ਹੀ ਤੁਰੇ ਆਓ ਤਾਂ ਤੁਹਾਨੂੰ ਪੰਜਾਬ ਦੇ ਵੀ ਭਾਈ ਆਪਣੇ ਟੱਕਰਨੇ ਸ਼ੁਰੂ ਹੋ ਜਾਂਦੇ ਆ। ਉਹ ਕਿਤੇ ਨਾ ਕਿਤੇ ਇੱਦਾਂ ਲੱਗਦਾ ਕਿ ਉਹ ਲਾਹੌਰ ਵਾਲਾ ਪੰਜਾਬ ਆ, ਜਿਹੜਾ ਵੰਡਿਆ ਨਹੀਂ ਸੀ ਪੰਜਾਬ, ਉਹਦੀ ਗੱਲ ਹੁੰਦੀ ਆ। ਹੁੱਕੇ ਪੀਣ ਡੇ ਨੇ, ਸੱਤ ਦੇ ਵਿੱਚ ਗੱਲਾਂ ਕਰਨ ਡੇ ਆ। ਜੇ ਤੁਸੀਂ ਕਿਸੇ ਨੂੰ ਐਂ ਹੀ ਜਾਂਦੇ ਜਾਂਦੇ ਉਂਗਲ ਲਾ ਲਓ, ਪੁੱਛ ਲਓ ਵੀ ਬਾਈ ਜੋਸ਼ ਪੂਰਾ, ਉਹ ਕਹਿੰਦੇ ਪੂਰਾ ਪੂਰਾ। ਤੇ ਇੱਧਰੋਂ ਪੰਜਾਬੀ ਮੁੰਡੇ ਜਿਹੜੇ ਆ ਉਹ ਇੱਧਰੋਂ ਗੇੜੀ ਲਾਉਂਦੇ, ਜਿੱਦਾਂ ਸ਼ਾਮ ਨੂੰ ਇੱਥੇ ਆਪਣੇ ਮਾਡਲ ਟਾਊਨ ਗੇੜੀ ਲੱਗਦੀ ਆ ਨਾ, ਉਹ ਟਰੈਕਟਰ 'ਤੇ ਕਿਤੇ ਹੁਣ ਬੋਰ ਹੋ ਗਏ ਕਿਉਂਕਿ 28 ਦਿਨ ਹੋ ਗਏ ਆ ਨਾ, ਫਿਰ ਉਹ ਟਰੈਕਟਰ 'ਤੇ ਨਿਕਲਦੇ ਸ਼ਾਮ ਨੂੰ। ਅਤੇ ਜਦੋਂ ਟਰੈਕਟਰ 'ਤੇ ਨਿਕਲਦੇ ਆ ਤੇ ਹੁੱਕੇ ਪੈਂਦੇ ਵਾਲੇ ਹਰਿਆਣੇ ਵਾਲਿਆਂ ਨੂੰ ਪੁੱਛਦੇ ਕਿਵੇਂ ਆ ਤਾਊ, ਅਤੇ ਉਹ ਕਹਿੰਦਾ ਵੀ ਠੀਕ ਆ ਬਾਈ, ਚੜ੍ਹਦੀ ਕਲਾ ਦੇ ਵਿੱਚ। ਉਹ ਤੁਹਾਨੂੰ ਨਾ ਮਤਲਬ ਇੱਕ ਤਾਂ ਉਹ ਇਹ ਹੈਗਾ ਕਿ ਅਸੀਂ ਜਿਹੜਾ ਹੈ ਸਾਡਾ ਜੋਸ਼, ਮੇਰਾ ਕਹਿਣਾ ਦਾ ਮਤਲਬ ਕਿ ਜੋਸ਼ ਪੂਰਾ ਆ। ਜੋਸ਼ ਉੱਥੇ ਇਹ ਪੂਰਾ ਹੁਣ ਰਹਿਣਾ ਵੀ ਚਾਹੀਦਾ। 28ਵਾਂ ਦਿਨ ਹੈ, ਐਤਵਾਰ ਸ਼ਾਮ ਨੂੰ ਜਦੋਂ ਮੈਂ ਉੱਥੇ ਸੀਗਾ ਤਾਂ ਸ਼ਾਮ ਨੂੰ ਚਿੱਠੀ ਆਉਂਦੀ ਹੈ ਕਿਸਾਨ ਜਥੇਬੰਦੀਆਂ ਨੂੰ ਕਿ ਹੁਣ ਦੱਸੋ ਕਦੋਂ ਮੀਟਿੰਗ ਕਰਨੀ ਹੈ। ਪਹਿਲਾਂ ਤਾਂ ਤੁਸੀਂ ਇਹ ਟੋਨ ਦੇਖੋ ਸਰਕਾਰਾਂ ਦੀ ਕਿੱਥੇ ਜਾਣ ਡਈ ਆ। ਕਹਿੰਦੇ ਜੀ ਹੁਣ ਤੁਸੀਂ ਦੱਸੋ ਕਦੋਂ ਮੀਟਿੰਗ ਕਰਨੀ ਹੈ। ਵੀ ਭਾਈ ਭਲਾ ਤੁਹਾਨੂੰ ਇਸ ਮੀਟਿੰਗ ਦੀ ਲੋੜ ਨਹੀਂ। ਤੁਸੀਂ ਜਿੱਦਾਂ ਕਿਹਾ ਵੀ ਅੰਨੀਆਂ ਗੂੰਗੀਆਂ ਤੇ ਇੱਦਾਂ ਲੱਗਦਾ ਕਿ ਇਗਨੋਰ ਕੀਤੀਆਂ, ਕਿ ਸੁਣਦੀਆਂ ਨਹੀਂ ਗੱਲ ਨੂੰ। ਸੁਣਦਾ ਸਭ ਕੁਛ ਹੈ, ਦਿੱਲੀ ਹਿੱਲੀ ਪਈ ਆ। ਇਸ ਲਈ ਤਾਂ ਸ਼ਾਇਦ ਜਿਹੜੀ ਹੈ ਉਹ ਇੱਥੋਂ ਤੱਕ ਗੱਲ ਪਹੁੰਚਦੀ ਹੈ ਤੇ ਪੁੱਛਦੇ ਨੇ ਕਿ ਤੁਸੀਂ ਹੁਣ ਕੀ ਚਾਹੁੰਦੇ ਹੋ। ਪਰ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਹੁੰਦੇ ਕਿ ਤੁਹਾਡੀ ਧੌਣ ਦੇ ਵਿੱਚ ਕੀਲਾ ਆ, ਉਹ ਹੁਣ ਤੁਸੀਂ ਜਿਹੜਾ ਆ ਉਹਨੂੰ ਕੱਢ ਕੇ ਜਿਹੜੀ ਗੱਲ ਕਰੋਗੇ ਤਾਂ ਹੀ ਜਿਹੜੀ ਗੱਲ ਬਣਨੀ ਆ, ਅਦਰਵਾਈਜ਼ ਗੱਲ ਨਹੀਂ ਉੱਥੇ ਬਣਨੀ। ਸੋ ਅੱਜ ਉੱਥੇ ਮੀਟਿੰਗ ਚੱਲ ਰਹੀ ਆ, ਸ਼ਾਇਦ ਜਦੋਂ ਤੱਕ ਅਸੀਂ ਇਹ ਗੱਲ ਸਾਡੀ ਖਤਮ ਹੋਵੇ, ਮੀਟਿੰਗ ਦਾ ਪਤਾ ਵੀ ਲੱਗ ਜਾਏ ਕਿ ਜਿਹੜੀ ਸੰਯੁਕਤ ਮੀਟਿੰਗ ਹੋਈ ਆ। ਪਹਿਲਾਂ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਹੋਣੀ ਸੀਗੀ ਕਿਸਾਨ ਜਥੇਬੰਦੀਆਂ ਦੀ, ਉਸ ਤੋਂ ਬਾਅਦ ਫਿਰ ਸੰਯੁਕਤ ਮੀਟਿੰਗ 'ਚੋਂ ਫੈਸਲਾ ਲੈਂਦੇ ਆ ਕਿ ਆਪਾਂ ਕੀ ਕਰਨਾ ਹੈ। ਇਸ ਵਾਰ ਜਿਹੜੀ ਉੱਥੇ ਹਵਾ ਚੱਲਣ ਡਈ ਆ, ਉਹ ਹਵਾ ਇਹ ਸੀਗੀ ਕਿ ਜਿਹੜੇ ਅਮਿਤ ਸ਼ਾਹ ਹੋਣੀ ਆ, ਉਹਨਾਂ ਨੂੰ ਇਹ ਕਿਹਾ ਜਾਵੇ ਕਿ ਭਾਈ 5 ਮੀਟਿੰਗਾਂ ਤਾਂ ਅਸੀਂ ਤੁਹਾਡੇ ਕੈਬਨਿਟ ਨਾਲ ਕਰ ਲਈਆਂ, ਟੋਟਲ 6 ਮੀਟਿੰਗਾਂ ਹੋਈਆਂ। ਪਹਿਲਾਂ ਜਿਹੜੀ ਇੱਕ ਮੀਟਿੰਗ ਹੋਈ ਸੀ ਉਹ ਜਨਰਲ ਸੈਕਟਰੀ ਨਾਲ ਹੋਈਆਂ ਸੀ ਉੱਥੇ। ਫਿਰ 5 ਮੀਟਿੰਗਾਂ ਤਾਂ ਕਹਿੰਦੇ ਭਾਈ ਅਸੀਂ ਕਰ ਲਈਆਂ ਤੁਹਾਡੀ ਜਗ੍ਹਾ ਦੇ ਉੱਤੇ। ਹੁਣ ਇੱਦਾਂ ਕਰੋ, ਅਸੀਂ ਵੀ ਹੁਣ ਦਿੱਲੀ ਵਾਲੇ ਹੀ ਹੋ ਗਏ, 28 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ, ਹੁਣ ਇਸ ਵਾਰ ਤੁਸੀਂ ਸਾਡੇ ਥਾਂ 'ਤੇ ਉੱਤੇ ਆ ਜਾਓ। ਹੁਣ ਦੇਖਣ ਵਾਲੀ ਗੱਲ ਆ ਕਿ ਇਹ ਫੈਸਲਾ ਕਿਵੇਂ ਦਾ ਹੁੰਦਾ, ਕਿੱਦਾਂ ਹੁੰਦਾ, ਕੀ ਹੁੰਦਾ। ਬਾਕੀ ਮੈਂ ਵਾਰ-ਵਾਰ ਇੱਥੇ ਜਦੋਂ ਦਾ ਮੈਂ ਆਇਆ, ਮੈਂ ਹਰੇਕ ਨੂੰ ਕਹਿਣ ਡਿਆ ਸੀ ਵੀ ਇਹ ਮੌਕਾ ਬਹੁਤ ਕ੍ਰਿਟੀਕਲ ਆ। ਜਿਹੜੇ ਉੱਥੇ ਦੇ ਜਿਹੜੇ ਹੁਣ ਆਗੂ ਨੇ ਨਾ, ਉਹ ਇਹ ਕਹਿੰਦੇ ਆ ਵੀ ਜੋਸ਼ ਜਿਹੜਾ ਹੈ ਨਾ ਸਾਨੂੰ ਐਡਾ ਹੀ ਟਿਕਾ ਕੇ ਰੱਖਣਾ ਪੈਣਾ। ਫਿਰ ਵੱਧ ਤੋਂ ਵੱਧ ਇੱਥੋਂ ਟਰਾਲੀਆਂ ਭਰ ਕੇ ਜਾਓ। ਗੁਜ਼ਾਰਿਸ਼ ਹੈ ਸਾਡੇ ਦੇਖਣ ਵਾਲਿਆਂ ਨੂੰ ਵੀ ਜੇ ਤੁਸੀਂ ਅਜੇ ਤੱਕ ਨਹੀਂ ਗਏ ਤਾਂ ਆਪਣੇ ਪਿੰਡੋਂ ਵੀ ਵਹੀਰਾ ਕੱਤੋ, ਅਤੇ ਦਿੱਲੀ ਜਾਣਾ ਬਹੁਤ ਜ਼ਰੂਰੀ ਆ ਸਾਡੇ ਲਈ। ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਇਸ ਕਰਕੇ ਲਮਕਾ ਕੇ ਬੈਠੀਆਂ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਅੱਜ ਇਹ ਇੰਨੇ ਜਣੇ ਆ ਗਏ ਨੇ, ਹੌਲੀ ਹੌਲੀ ਇਹਨਾਂ ਨੂੰ ਪਿੱਛੇ ਕੰਮ ਪੈ ਜਾਣੇ ਆ, ਹੌਲੀ ਹੌਲੀ ਇਹਨਾਂ ਨੇ ਚਲੀ ਜਾਣਾ। ਸੋ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਹੈ, ਚਾਹੇ ਤੁਸੀਂ 5 ਜਣੇ ਜਾਣ ਡੇ ਹੋ, 20 ਜਣੇ ਜਾਣ ਡੇ ਹੋ, 25 ਜਣੇ ਜਾਣ ਡੇ ਹੋ, ਦਿੱਲੀ ਜਾਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਅਸੀਂ ਇਸ ਵਾਰ ਮੋਰਚਾ ਹਾਰ ਗਏ ਤਾਂ ਫਿਰ ਸ਼ਾਇਦ ਇਹ ਸਰਕਾਰ ਜਿਹੜੀ ਹੈ ਇਹ ਕਦੇ ਵੀ ਸਾਨੂੰ ਜਿੱਤਣ ਨਾ ਦੇਵੇ। ਤਾਂ ਬਹੁਤ ਜ਼ਰੂਰੀ ਹੋ ਜਾਂਦਾ ਮੋਹਿਤ ਜੀ ਕਿ ਇਹ ਕ੍ਰਿਟੀਕਲ ਟਾਈਮ ਆ, ਕਿਉਂਕਿ ਸਾਰੀਆਂ ਜਿਹੜੀਆਂ ਕਹਿ ਲਓ ਕਿ ਹਾਲਾਤ ਸਾਡੇ ਹੱਕ ਦੇ ਵਿੱਚ ਨੇ, ਪਰ ਉਹ ਹੱਕ 'ਚ ਉਦੋਂ ਤੱਕ ਬਣਦੇ ਰਹਿਣਗੇ ਜਦੋਂ ਸਾਡੇ ਨਾਲ ਆਮ ਲੋਕਾਂ ਦਾ ਜਿਹੜਾ ਹੈ ਸਹਿਯੋਗ ਹੋਵੇ। ਅਸੀਂ ਉੱਥੇ ਬਹੁਤ ਜਥੇਬੰਦੀਆਂ ਨਾਲ ਗੱਲ ਕੀਤੀ, ਬਹੁਤ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਗੱਲ ਕੀਤੀ ਹੈ। ਉਹਨਾਂ ਦਾ ਕਹਿਣਾ ਮਤਲਬ ਸੀ ਕਿ ਵੀ ਜੇ ਅਸੀਂ ਜਿਹੜਾ ਹੈ ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਕੋਈ ਫੈਸਲਾ ਕਰਦੇ ਹਾਂ ਤਾਂ ਤੁਸੀਂ ਸਾਡੇ ਨਾਲ ਜੋ ਕਰਨਾ ਹੋਇਆ ਕਰ ਲਿਓ, ਪਰ ਸਾਨੂੰ ਤੁਹਾਡਾ ਸਹਿਯੋਗ ਜਿਹੜਾ ਹੈ ਹੁਣ ਇੱਦਾਂ ਹੀ ਚਾਹੀਦਾ ਜਿੱਦਾਂ ਤੁਸੀਂ ਸਾਨੂੰ ਦਿੱਤਾ ਆ। ਇੱਕ ਬਹੁਤ ਸੋਹਣੀ ਗੱਲ ਉੱਥੇ ਹੈ ਕਿ ਉੱਥੇ ਸਾਰੇ ਫੈਸਲੇ ਜਿਹੜੇ ਨੇ ਉਹ ਟਰਾਂਸਪੇਰੈਂਸ ਹੁੰਦੇ ਨੇ। ਕੋਈ ਇੱਦਾਂ ਨਹੀਂ ਕਿ ਪਿਛਲੀ ਸਟੇਜ ਦੇ ਉੱਤੇ ਫੈਸਲਾ ਹੋ ਗਿਆ ਅਤੇ ਅਗਲਿਆਂ ਨੂੰ ਬਾਅਦ 'ਚ ਦੱਸਦਾ। ਉੱਥੇ ਬੈਠ ਕੇ ਮੇਨ ਸਟੇਜ ਤੋਂ ਅਨਾਊਂਸਮੈਂਟ ਹੁੰਦੀ ਸਾਰੇ ਫੈਸਲਿਆਂ ਦੀ, ਅਤੇ ਗੱਲਾਂ ਵੀ ਉੱਥੇ ਹੀ ਹੁੰਦੀਆਂ। ਸੋ ਇਹ ਕਿਤੇ ਨਾ ਕਿਤੇ ਮੈਂ ਪਹਿਲੀ ਵਾਰੀ ਵੇਖਿਆ, ਮੈਂ ਬਹੁਤ ਸਾਰੀ ਗੱਲਾਂ ਸੁਣਦਾ ਸੀ ਕਿ ਪੰਜਾਬ ਇੱਦਾਂ ਆ, ਪੰਜਾਬ ਜੋਸ਼ੀਲਾ ਆ, ਪੰਜਾਬ ਐਂ ਆ।
ਉਹ ਪਤਾ ਲੱਗ ਗਿਆ ਵੀ ਤੁਸੀਂ ਚਾਹੇ ਲੱਖ ਅੜਿੱਕੇ ਲਾ ਲਓ, ਪੰਜਾਬ ਤੇ ਪੰਜਾਬੀ ਜਿਹੜੇ ਨੇ, ਜਾਂ ਫਿਰ ਇਹ ਕਹਿ ਲਓ ਕਿ ਕਿਸਾਨ ਤੇ ਮਜ਼ਦੂਰ ਜਦੋਂ ਮਿਲ ਜਾਂਦੇ ਨੇ ਨਾ, ਫਿਰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਹਰਾ ਨਹੀਂ ਸਕਦੀ। ਜੀ ਵਾਕਈ ਖਹਿਰਾ ਸਾਹਿਬ ਤੁਸੀਂ ਗੱਲ ਕੀਤੀ ਹੈ ਜੋਸ਼ ਦੀ, ਤਾਂ ਇਸ ਵਕਤ ਜਿਹੜਾ ਸੰਘਰਸ਼ ਹੈ ਉਹ ਜੋਸ਼ ਦੇ ਨਾਲ ਪੂਰੇ ਹੋਸ਼ ਦੇ ਨਾਲ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਪੂਰੀ ਜਿਹੜੀ ਸਲਾਹ ਦੇ ਨਾਲ ਜਿਹੜਾ ਕੰਮ ਹੈ ਉਹ ਸਾਰੇ ਜਿਹੜੇ ਨੇ ਕਰ ਰਹੇ ਨੇ। ਕੋਈ ਇੱਕ ਇਕੱਲੀ ਜਥੇਬੰਦੀ ਜਾਂ ਇਕੱਲੇ ਪੰਜਾਬ ਦੇ ਕਿਸਾਨ ਆਗੂ ਨਹੀਂ, ਬਲਕਿ ਜਿਹੜੇ ਪੂਰੇ ਹਰਿਆਣਾ ਦੇ ਨਾਲ ਨੇ, ਈਵਨ ਹੋਰ ਵੀ ਸੂਬਿਆਂ ਦੇ ਜਿਹੜੇ ਸਾਰੇ ਕਿਸਾਨ ਉੱਥੇ ਜਥੇਬੰਦੀਆਂ ਉੱਥੇ ਬੈਠੀਆਂ ਨੇ, ਉਹ ਸਾਰੇ ਰਲ ਕੇ ਫੈਸਲਾ ਲੈ ਰਹੇ ਨੇ। ਐਂਡ ਉਹੀ ਜਿਹੜਾ ਹੈ ਆਪਣਾ ਸਵਾਲ ਬਾਰ-ਬਾਰ ਕੇਂਦਰ ਸਰਕਾਰ ਵੱਲੋਂ ਪੁੱਛ ਰਹੇ ਨੇ। ਸੋ ਤੁਸੀਂ ਗੱਲ ਕੀਤੀ ਕਿ ਹਾਂ ਵੀ ਜਿਹੜੇ ਪਿੰਡਾਂ ਜਿਹੜੇ ਲੋਕ ਉੱਥੇ ਪਹੁੰਚੇ ਹੋਏ ਨੇ ਉਹਨਾਂ ਦਾ ਹੌਸਲਾ ਆਪਾਂ ਵਧਾਈਏ, ਐਂਡ ਹੋਰ ਵੀ ਲੋਕੀ ਉੱਥੇ ਨਵੇਂ-ਨਵੇਂ ਜਾਣ। ਸੋ ਉਹਨਾਂ ਨੇ ਇੱਕ ਡਿਊਟੀਆਂ ਬੰਨ ਲਈਆਂ ਹੋਈਆਂ। ਖਹਿਰਾ ਸਾਹਿਬ ਅਸੀਂ ਕੱਲ੍ਹ ਵੀ ਗੱਲਬਾਤ ਕਰ ਰਹੇ ਸੀਗੇ ਕਿ ਉਹਨਾਂ ਨੇ ਬਕਾਇਦਾ ਆਪਣੀ ਡਿਊਟੀਆਂ ਬੰਨ ਲਈਆਂ ਨੇ ਕਿ ਜਿਹੜੇ ਉੱਥੇ ਲੋਕੀ ਬਹਿ ਚੁੱਕੇ ਨੇ, ਕਾਫੀ ਦੇਰ ਦੇ ਬੈਠੇ ਨੇ, ਉਹ ਥੱਕ ਗਏ ਹੋਣਗੇ, ਵਾਕਈ ਉਹਨਾਂ ਨੂੰ ਘਰਾਂ ਦੇ ਪਿੱਛੇ ਕੋਈ ਕੰਮ ਵੀ ਹੋਣਗੇ। ਸੋ ਆਮ ਲੋਕਾਂ ਦਾ ਫਰਜ਼ ਬਣਦਾ ਹੈ ਕਿ ਹੁਣ ਉਹ ਉੱਥੇ ਜਾਣ, ਉਹ ਉੱਥੇ ਜਾ ਕੇ ਪੂਰਾ ਡੇਰਾ ਲਾਉਣ, ਹੈ ਨਾ, ਤਾਂ ਜੋ ਕੇਂਦਰ ਜਦੋਂ ਦਾ ਝਾਤੀ ਮਾਰੇ ਤਾਂ ਉਹਨੂੰ ਐ ਨਾ ਦਿਖੇ ਕਿ ਹਾਂ ਵੀ ਇੱਥੇ ਜੀ ਭੀੜ ਘੱਟ ਗਈ ਹੈ, ਉਹਨੂੰ ਇਹੀ ਲੱਗੇ ਕਿ ਇੱਥੇ ਤਾਂ ਹਰ ਰੋਜ਼ ਟਰਾਲੀਆਂ ਭਰ ਕੇ ਲੋਕੀ ਆ ਰਹੇ ਨੇ, ਜਿਹੜਾ ਹਜੂਮ ਹੈ ਨਾ ਉਹ ਹੋਰ ਜਿਹੜਾ ਹੈ ਉਹ ਵੱਧਦਾ ਜਾ ਰਿਹਾ। ਸੋ ਗੱਲ ਕਰਦੇ ਮੀਟਿੰਗ ਦੀ, ਤਾਂ ਮੀਟਿੰਗ ਤੋਂ ਜਿਵੇਂ ਕਿ ਜਿੰਨੀਆਂ ਪੁਰਾਣੀਆਂ ਮੀਟਿੰਗਾਂ ਜਿਵੇਂ ਹੋਈਆਂ ਵਾ, ਹੈ ਨਾ, ਹਰ ਮੀਟਿੰਗ ਤੋਂ ਬਾਅਦ ਇੱਕ ਉਮੀਦ ਹੁੰਦੀ ਸੀ ਕਿ ਹਾਂ ਵੀ ਸ਼ਾਇਦ ਅੱਜ ਕੋਈ ਫੈਸਲਾ ਹੋਊਗਾ, ਅੱਜ ਕੋਈ ਫੈਸਲਾ ਹੋਊਗਾ। ਪਰ ਇੱਥੇ ਇੱਕ ਮੈਂ ਕਹਾਂ ਕਿ ਬੜੇ ਠੰਡੇ ਜਿਹੇ ਸੁਭਾਅ ਨਾਲ ਪੁੱਛਿਆ ਜਾਂਦਾ ਕਿ ਹਾਂ ਵੀ ਹੁਣ ਕਿੱਥੇ ਮਿਲੋਗੇ, ਕਿਵੇਂ ਮਿਲੋਗੇ, ਕੀ ਗੱਲਬਾਤ ਹੋਵੇਗੀ, ਕਿਉਂਕਿ ਪ੍ਰਧਾਨ ਮੰਤਰੀ ਇੱਕ ਵਾਰੀ ਵੀ ਆ ਕੇ ਨਹੀਂ ਕਹਿੰਦੇ ਕਿ ਹਾਂ ਵੀ ਚਲੋ ਮੈਂ ਮੀਟਿੰਗ ਦਾ ਹਿੱਸਾ ਬਣਦਾ ਵਾਂ, ਮੇਰੇ ਹੁੰਦੇ ਗੱਲਬਾਤ ਕਰੋ, ਜਿੱਥੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਫੈਸਲਾ ਕਰਦਾ ਵਾਂ, ਤੁਹਾਨੂੰ ਬਿੱਲ ਨਹੀਂ ਸਮਝ ਆਉਂਦੇ ਮੈਂ ਸਮਝਾਉਣਾ। ਉਹਨਾਂ ਵੱਲੋਂ ਕੋਈ ਵੀ ਅਜਿਹੀ ਗੱਲ ਨਹੀਂ ਕੀਤੀ ਜਾ ਰਹੀ, ਜਦ ਕਿ ਜਿਹੜੀ ਪੂਰੀ ਇਸ ਵਕਤ ਜਿਹੜੀ ਬੀਜੇਪੀ ਸਰਕਾਰ ਹੈ ਨਾ ਉਹ ਇਸ ਟਾਈਮ ਸਰਗਰਮ ਹੋ ਰਹੀ ਹੈ ਇੱਧਰ ਆਪਣੇ ਬੰਗਾਲ ਦੇ ਵਿੱਚ, ਹੈ ਨਾ, ਕਿਉਂਕਿ ਉੱਥੇ ਜੀ ਇਲੈਕਸ਼ਨਸ ਨੇ। ਸੋ ਉਹ ਹਮੇਸ਼ਾ ਦੇਖਿਆ ਜਾਂਦਾ ਕਿ ਜਿੱਥੇ ਇਲੈਕਸ਼ਨਸ ਹੁੰਦੇ ਨਾ, ਬੀਜੇਪੀ ਉੱਥੇ ਵੱਖਰਾ ਹੀ ਰੂਪ ਧਾਰ ਲੈਂਦੀ ਹੈ। ਉੱਥੋਂ ਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਖਰੀਦੋ ਫਰੋਖਤ ਜਿਹੜੀ ਹੈਗੀ ਉਹ ਸ਼ੁਰੂ ਹੋ ਚੁੱਕੀ ਹੈ। ਹੋਰ ਵੀ 3600 ਜਿਹੜੇ ਡਰਾਮੇ ਨੇ ਉਹ ਫਿਲਹਾਲ ਕਰ ਰਹੀ ਹੈ। ਪਰ ਜਿਹੜਾ ਐਡਾ ਵੱਡਾ ਮੁੱਦਾ ਜੋ ਕਿ ਇਕੱਲੇ ਭਾਰਤ ਦਾ ਮੁੱਦਾ ਨਹੀਂ, ਇਸ ਵਕਤ ਇੰਟਰਨੈਸ਼ਨਲ ਮੁੱਦਾ ਬਣ ਚੁੱਕਿਆ, ਉੱਥੇ ਜਿਹੜੀ ਹੈ ਇਹੋ ਜਿਹੀ ਜਿਹੜਾ ਵਰਤਾਓ ਜਿਹੜਾ ਕਰ ਰਹੀ ਹੈ ਉਹ ਬੜਾ ਚੁੱਭ ਰਿਹਾ ਹਰ ਇੱਕ ਇਨਸਾਨ ਨੂੰ। ਤੇ ਜੇਕਰ ਗੱਲ ਕਰੀਏ ਕਿ ਕਿਉਂਕਿ ਅਸੀਂ ਸਾਰੇ ਵੇਖ ਰਹੇ ਹਾਂ ਕਿ ਵਿਦੇਸ਼ਾਂ ਤੋਂ ਬੜੀ ਚੰਗੀ ਸਪੋਰਟ ਮਿਲ ਰਹੀ ਹੈ ਇਸ ਕਿਸਾਨੀ ਅੰਦੋਲਨ ਨੂੰ, ਕਿਉਂਕਿ ਲੋਕਾਂ ਨੂੰ ਇੱਕ ਖਿੱਚ ਹੈ ਆਪਣੀ ਜ਼ਮੀਨ ਦੀ, ਆਪਣੇ ਭਰਾਵਾਂ ਦੀ, ਆਪਣੇ ਲੋਕਤੰਤਰ ਦੀ, ਠੀਕ ਹੈ। ਸੋ ਉਹਨਾਂ ਨੇ ਵੇਖ ਲਿਆ, ਕੇਂਦਰ ਸਰਕਾਰ ਨੇ ਵੇਖ ਲਿਆ ਕਿ ਜਿਹੜੇ ਵੀ ਸਾਰੇ ਪੰਜਾਬੀ ਨੇ ਜਾਂ ਭਾਰਤੀ ਨੇ ਉਹ ਵੱਖ-ਵੱਖ ਕੰਟਰੀਜ਼ ਦੇ ਵਿੱਚ ਉੱਥੋਂ ਦੀ ਅੰਬੈਸੀ ਘਰ ਦੇ ਸਾਹਮਣੇ ਮੁਜ਼ਾਹਰੇ ਕਰ ਰਹੇ ਨੇ। ਸੋ ਉਹਨਾਂ ਨੇ ਨਵਾਂ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਕਿ ਹਾਂ ਵੀ ਜਿਹੜੇ ਵੀ ਅੰਬੈਸੀ ਘਰ ਨੇ ਉੱਥੋਂ ਦੇ ਜਿਹੜੇ ਅੰਬੈਸਡਰ ਨੇ ਉਹ ਕੀ ਕਰਨਗੇ, ਉੱਥੋਂ ਦੇ ਲੋਕਾਂ ਨੂੰ ਦੱਸਣਗੇ ਤੇ ਸਮਝਾਉਣਗੇ ਕਿ ਹਾਂ ਵੀ ਸਾਡੇ ਜਿਹੜੇ ਖੇਤੀ ਕਾਨੂੰਨ ਜਿਹੜੇ ਅਸੀਂ ਪੇਸ਼ ਕੀਤੇ ਨੇ, ਬਣਾਏ ਨੇ, ਉਹ ਤਾਂ ਚੰਗੇ ਹੀ ਬੜੇ ਨੇ, ਉਹ ਤਾਂ ਮੈਂ ਕਹਿੰਦਾ ਫਾਇਦੇਮੰਦ ਬੜੇ ਨੇ। ਸੋ ਹੁਣ ਉਹ ਜਿਹੜਾ ਨਵਾਂ ਪੈਂਤਰਾ ਜਿਹੜਾ ਕਹੀਏ ਉਹ ਮਤਲਬ ਜਿਹੜਾ ਖੇਡਿਆ ਜਾ ਰਿਹਾ ਵਿਦੇਸ਼ਾਂ ਦੇ ਵਿੱਚ। ਸੋ ਅਜਿਹੀਆਂ ਗੱਲਾਂ ਜਦੋਂ ਸਾਹਮਣੇ ਆ ਰਹੀਆਂ ਨੇ, ਸੋ ਲੱਗਦਾ ਨਹੀਂ ਪਿਆ ਵੈਸੇ ਜੇ ਮੈਂ ਗੱਲ ਕਰਾਂ ਖਹਿਰਾ ਸਾਹਿਬ ਕਿ ਜਿਹੜੇ ਮੀਟਿੰਗ ਜਿਹੜੀ ਹੁਣ ਜਿਹੜੀ ਰੱਖਣ ਜਾ ਰਹੇ ਨੇ ਕਿ ਉੱਥੋਂ ਕੋਈ ਚੰਗੀ ਚੀਜ਼, ਇੱਕ ਵਧੀਆ ਮੈਂ ਕਹਿੰਦਾ ਇੱਕ ਜਿਹੜਾ ਜੋ ਕਿਸਾਨ ਸੁਣਨਾ ਚਾਹੁੰਦੇ ਨੇ ਉਹ ਗੱਲ ਸਾਹਮਣੇ ਆਵੇ। ਤੁਸੀਂ ਇੱਕ ਕਹਾਵਤ ਸੁਣੀ ਹੋਣੀ, ਕਹਿੰਦੇ ਹੁੰਦੇ ਮਰਦੀ ਨੇ ਅੱਕ ਚੱਬਿਆ। ਉਹ ਬਿਊਰੋਕਰੈਟਸ ਵਿਚਾਰੇ ਕੀ ਕਰਨ ਜਦੋਂ ਉਹ ਬਾਹਰ ਨਿਕਲਦੇ ਆ ਤੇ ਆਮ ਜਨਤਾ ਜਿਹੜੀ ਸਾਡੇ ਪੰਜਾਬੀ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਵੀ ਭਾਈ ਜੁੱਤੀਆਂ ਨਾ ਖਾ ਲਿਓ, ਜਿਹੜੇ ਤੁਸੀਂ ਕੰਮ ਕਰਨ ਦੇ ਹੋ ਉਹ ਚੰਗੇ ਨਹੀਂ ਹੈਗੇ। ਸੋ ਦੇਖੋ ਕਿਤੇ ਨਾ ਕਿਤੇ ਇੱਦਾਂ ਦੇ ਜਿਹੜੇ ਸ਼ਬਦ ਅਸੀਂ ਇੱਥੋਂ ਵਰਤ ਰਹੇ ਹਾਂ ਉਹ ਚੰਗੇ ਨਹੀਂ ਲੱਗਦੇ, ਪਰ ਇਹ ਇੰਨ ਭਿੰਨ ਗੱਲਾਂ ਜਿਹੜੀਆਂ ਨੇ ਅੰਬੈਸਡਰਾਂ ਨੂੰ ਕਹੀਆਂ ਜਾ ਰਹੀਆਂ ਨੇ। ਕਿਉਂਕਿ ਦੇਖੋ ਜਦੋਂ ਤੋਂ ਸਾਨੂੰ ਪਤਾ ਹੈ ਕਿ ਪੂਰੀ ਆਵਾਮ ਜਿਹੜੀ ਹੈ ਉੱਥੇ ਬੈਠੀ ਆ, ਪੂਰਾ ਸਾਡਾ ਪੰਜਾਬ, ਹਰਿਆਣਾ, ਰਾਜਸਥਾਨ, ਭਾਰਤ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਹੈਗਾ ਜਿਹੜਾ ਉਸ ਜਗ੍ਹਾ ਦੇ ਉੱਤੇ ਨਾ ਪਹੁੰਚਿਆ ਹੋਵੇ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਚੀਜ਼ ਜਿਹੜੀ ਉਹ ਜਿਹਦੇ ਲਈ ਲੜ ਰਹੇ ਨੇ ਉਹ ਗਲਤ ਹੈ? ਉਹ ਕਹਿੰਦੇ ਕਿ ਜਿੰਨੀਆਂ ਸਾਡੀਆਂ ਮੀਟਿੰਗਾਂ ਹੋਈਆਂ, ਅਸੀਂ ਕੈਬਨਿਟ ਮੀਟਿੰਗਾਂ ਦੀ ਗੱਲ ਕਰ ਲਈਏ, 5 ਮੀਟਿੰਗਾਂ ਕਹਿੰਦੇ ਸਾਡੀਆਂ ਹੋਈਆਂ, ਹੈ ਨਾ, ਤੇ 5 ਮੀਟਿੰਗਾਂ ਦੇ ਵਿੱਚ ਕਹਿੰਦੇ ਜੀ ਅਸੀਂ ਬਿਨ ਇੱਕ ਜਿਹੜਾ ਆ ਉਹਦੇ ਨਾਲ ਡਿਸਕਸ ਕੀਤਾ। ਸਾਨੂੰ ਅਸੀਂ ਕਿਹਾ ਵੀ ਇੱਕ ਇਹ ਦੱਸ ਦਿਓ ਕਿ ਇਹਦੇ ਵਿੱਚੋਂ ਕੀ ਆਲਟਰਨੇਟਿਵ ਨਿਕਲਦਾ। ਉਹ ਫਿਰ ਉਹ ਕਹਿੰਦੇ ਆ ਵੀ ਉਹ ਕਹਿੰਦੇ ਸੀ ਵੀ ਜੀ ਅਸੀਂ ਤਾਂ ਕੁਛ ਨਹੀਂ ਕੀਤਾ, ਅਸੀਂ ਤਾਂ ਅਮੈਂਡਮੈਂਟ ਕੀਤੀ ਆ। ਉਹ ਕਹਿੰਦੇ ਜੀ ਜਿਹੜਾ ਆਪਾਂ ਕਹਿੰਦੇ ਹਾਂ ਭੰਡਾਰਨ ਕਰਨਾ, ਸਟੋਰ ਕਰਨ ਵਾਲਾ ਜਿਹੜਾ ਇੱਕ ਐਕਟ ਆ, ਕਹਿੰਦੇ ਜੀ ਤੁਸੀਂ ਉਹਦੇ 'ਚ ਅਮੈਂਡਮੈਂਟ ਕਿਉਂ ਕੀਤੀ ਆ? ਉਹ ਐਕਟ ਪਹਿਲਾਂ ਵੀ ਸੀ ਮੋਹਿਤ ਜੀ, ਉਹਦੇ ਵਿੱਚ ਇਹਨਾਂ ਨੇ ਇੱਕ ਅਮੈਂਡਮੈਂਟ ਕਰਕੇ ਇਹ ਬਣਾ ਲਿਆ ਕਿ ਕੋਈ ਵੀ ਭੰਡਾਰਨ ਕਿਸੇ ਵੀ ਮਾਤਰਾ ਦੇ ਵਿੱਚ ਕਰ ਸਕਦਾ ਸੀਗਾ। ਕਹਿੰਦੇ ਜੀ ਅਸੀਂ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਇਹ ਤਾਂ ਫਿਰ ਸਿੱਧਾ ਤੁਸੀਂ ਕਾਰਪੋਰੇਟ ਨੂੰ ਫਾਇਦਾ ਕਰ ਰਹੇ ਹੋ ਕਿ ਕੋਈ ਕਿੱਦਾਂ ਵੀ ਭੰਡਾਰਨ ਕਰ ਲਵੇ, ਕਿਉਂਕਿ ਇਹ ਜਿਹੜਾ ਸਾਡਾ ਭਾਰਤ ਹੈ ਇਹਦੇ ਵਿੱਚ ਬੜੀਆਂ ਰੀਤਾਂ ਹੋ ਚੁੱਕਿਆ। 2006 ਦੇ ਵਿੱਚ ਵੀ ਇੱਕ ਵਾਰ ਇਹਨਾਂ ਨੇ ਜਿਹੜਾ ਸੀਗਾ ਕਿਹਾ ਵੀ ਕਣਕ ਦੇ ਜਿਹੜਾ ਹੈ ਤੁਸੀਂ ਖਰੀਦ ਸਕਦੇ ਹੋ, ਚੌਲ ਵੀ ਖਰੀਦ ਸਕਦੇ ਹੋ, ਤੇ ਉਹ ਇੰਨਾ ਕਾਰਪੋਰੇਟ ਨੇ ਭੰਡਾਰਨ ਕਰ ਲਿਆ, ਬਾਅਦ ਚੋਂ ਸਰਕਾਰ ਨੂੰ ਆਪਦੇ ਖਰੀਦਣ ਲਈ ਵੀ ਨਹੀਂ ਜਿਹੜਾ ਬਚਿਆ ਨਹੀਂ ਸੀਗਾ। ਸੋ ਇਹ ਕਿਤੇ ਨਾ ਕਿਤੇ ਸਿੱਧੇ ਤੌਰ 'ਤੇ ਕਹਿੰਦੇ ਜੇ ਅਸੀਂ ਉਹਨਾਂ ਨੂੰ ਪੁੱਛਿਆ, ਇੰਨੀ ਗੱਲ ਹੀ ਅਸੀਂ ਪੁੱਛੀ ਵੀ ਤੁਸੀਂ ਤੁਹਾਡਾ ਇੱਕ ਪੁਆਇੰਟ ਇਹ ਆ, ਤੁਸੀਂ ਬਾਕੀ ਪੁਆਇੰਟ ਅਸੀਂ ਬਾਅਦ ਚੋਂ ਗੱਲ ਕਰਦੇ ਹਾਂ, ਇਹ ਦੱਸੋ ਤੁਸੀਂ ਸਿੱਧਾ ਕਾਰਪੋਰੇਟ ਨੂੰ ਨਹੀਂ ਕਰਦੇ? ਅਸੀਂ ਤੁਹਾਡੇ ਕੋਲੇ ਮੰਗ ਹੀ ਨਹੀਂ ਕਰਦੇ, ਤੁਸੀਂ ਅਮੈਂਡਮੈਂਟ ਕੀਤੀ ਹੈ ਇਸ ਐਕਟ ਦੇ ਵਿੱਚ, ਤੁਸੀਂ ਅਮੈਂਡਮੈਂਟ ਨਾ ਕਰੋ, ਤੁਸੀਂ ਸਾਨੂੰ ਪੁਰਾਣਾ ਐਕਟ ਦੇ ਦਿਓ, ਅਸੀਂ ਤੁਹਾਡੇ ਤੋਂ ਅਮੈਂਡਮੈਂਟ ਮੰਗਦੇ ਹਾਂ। ਇਹ ਦੇਖੋ
ਇੱਥੇ ਬਾਰ-ਬਾਰ ਉਹ ਕਿਸਾਨਾਂ ਨੂੰ ਕਹਿ ਰਹੇ ਜੇ ਅਸੀਂ ਐਕਟ ਬਣਾ ਲਿਆ ਤੁਸੀਂ ਅਮੈਂਡਮੈਂਟ ਕਰ ਲਓ। ਇਹ 3 ਐਕਟ ਆ, ਦੇਖਣ ਵਾਲੀ ਗੱਲ ਹੈ। ਤੁਸੀਂ 3 ਐਕਟ ਆ, ਇੱਕ ਐਕਟ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਕਮੋਡਿਟੀ ਦੇ ਉੱਤੇ ਆ, ਕਿ ਭੰਡਾਰਨ ਦੇ ਉੱਤੇ ਆ, ਤੇ ਤੁਸੀਂ ਭੰਡਾਰਨ ਦੇ ਐਕਟ 'ਚ ਕਿਉਂ ਅਮੈਂਡਮੈਂਟ ਕਰ ਰਹੇ ਹੋ? ਸਿੱਧਾ ਤੁਸੀਂ ਫਿਰ ਜਿਹੜਾ ਆ ਘਰਾਣੇ ਆ ਉਹਨਾਂ ਨੂੰ ਦੱਸ ਰਹੇ ਹੋ ਕਿ ਬਈ ਅਸੀਂ ਤੁਹਾਡੇ ਨਾਲ ਖੜੇ ਆ। ਫਿਰ ਉਹਨਾਂ ਨੇ ਇਹ ਗੱਲ ਕਹੀ ਵੀ ਕਹਿੰਦੇ ਵੀ ਤੁਸੀਂ ਦੱਸ ਦਿਓ ਇੱਕ ਗੱਲ, ਜੇ ਤੁਸੀਂ ਇਹਨੂੰ ਜਿਹੜਾ ਹੈ ਰੱਦ ਕਰ ਦੋਗੇ ਤਾਂ ਤੁਹਾਡਾ ਕਿਹੜਾ ਨੁਕਸਾਨ ਹੋ ਜਾਣਾ। ਉਹ ਕਹਿੰਦੇ ਵੀ ਅਸੀਂ ਤਾਂ ਦੱਸਦੇ ਹਾਂ ਕਿ ਜੇ ਤੁਸੀਂ ਇਹਨੂੰ ਲਾਗੂ ਕਰ ਦਿੱਤਾ ਤਾਂ ਸਾਡਾ ਆਹ ਨੁਕਸਾਨ ਹੋਣਾ, ਅਸੀਂ ਤੁਹਾਨੂੰ 37 ਪੇਜ ਦਾ ਇੱਕ ਬਣਾ ਕੇ ਦਿੱਤਾ ਆ। ਜੇ ਤੁਸੀਂ ਇਹਨੂੰ ਰੱਦ ਕਰਦੇ ਹੋ ਤੁਸੀਂ ਕੋਈ ਇੱਕ ਨੁਕਸਾਨ ਦੱਸ ਦਿਓ ਕਿ ਆਮ ਜਨਤਾ ਨੂੰ ਹੋ ਜਾਊਗਾ ਉਹ। ਕਹਿੰਦੇ ਜੀ ਉਹਨਾਂ ਕੋਲ ਜਵਾਬ ਨਹੀਂ ਸੀਗਾ। ਜਵਾਬ ਹੋਵੇ ਤਾਂ ਹੀ ਦੇਣ ਕੋਈ, ਕਿਉਂਕਿ ਨੁਕਸਾਨ ਕੋਈ ਨਹੀਂ ਹੈ ਇਹਦਾ, ਪਰ ਜੇ ਲਾਗੂ ਕਰਨ ਤੇ ਬਹੁਤ ਜ਼ਿਆਦਾ ਸਾਡੇ ਆਮ ਲੋਕਾਂ ਨੂੰ ਨੁਕਸਾਨ ਹੈ। ਸੋ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ, ਮੈਂ ਅੱਗੇ ਵੀ ਗੱਲ ਕਰਤਾਰ ਸਿੰਘ ਹੋਣਾ ਨਾਲ ਕਰ ਰਿਹਾ ਸੀ ਕਿ ਨੰਗੀ ਹੋ ਗਈ ਆ ਸਰਕਾਰ, ਪਰ ਉਹ ਸਰਕਾਰ ਹਲੇ ਵੀ ਬਸ਼ਰਮ ਆ, ਕਹਿੰਦੀ ਕਿ ਮੈਂ ਤਾਂ ਇੱਦਾਂ ਹੀ ਠੀਕ ਆ। ਪਰ ਇਹ ਕਿਤੇ ਨਾ ਕਿਤੇ ਡੈਮੋਕ੍ਰੇਸੀ ਤਾਂ ਬਿਲਕੁਲ ਹੀ ਨਹੀਂ ਹੈਗੀ, ਇਹ ਹਿਪੋਕ੍ਰੇਸੀ ਆ। ਇਹਦਾ ਹੱਲ ਜਿਹੜਾ ਹੈ ਸ਼ਾਇਦ ਜੇ ਹੁਣ ਹੋਇਆ ਤਾਂ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਭਾਈਚਾਰੇ ਨੇ, ਸਾਰੇ ਲੋਕ ਜਿਹੜੇ ਨੇ ਜਿਨ੍ਹਾਂ ਦੇ ਨਾਲ ਵੀ ਧੱਕਾ ਹੋਊਗਾ ਉਹ ਸਾਡੇ ਤੋਂ ਸਿੱਖਿਆ ਲੈ ਕੇ ਲੜਾਈਆਂ ਲੜਨਗੇ। ਜੀ ਖੈਰ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ ਕਿ ਹਾਂ ਵੀ ਜਿਹੜੀ ਸਾਡੀ ਇਸ ਟਾਈਮ ਕੇਂਦਰ ਸਰਕਾਰ ਹੈ ਉਸ ਵਕਤ ਪੂਰੇ ਭਾਰਤ ਨੂੰ, ਜਾਂ ਫਿਰ ਕਹੀਏ ਕਿ ਜਿਹੜਾ ਸਾਡਾ ਸਰਕਾਰੀ ਜਿਹੜੇ ਮੈਂ ਕਹਿੰਦਾ ਆਫਿਸਿਸ ਨੇ ਉਹਨਾਂ ਨੂੰ ਪਰੋਸ ਰਹੀ ਹੈ ਵਾਰੋ ਵਾਰੀ ਕਾਰਪੋਰੇਟ ਘਰਾਣਿਆਂ ਦੇ ਅੱਗੇ ਕਰਕੇ, ਚਾਹੇ ਟ੍ਰੇਨਾਂ ਦੀ ਗੱਲ ਹੋਵੇ, ਚਾਹੇ ਸਾਡੇ ਬੈਂਕਾਂ ਦੀ ਗੱਲ ਹੋਵੇ, ਚਾਹੇ ਹੋਰ ਵੀ ਜਿਵੇਂ ਕੋਇਲਾ ਜਾਂ ਹੋਰ ਵੀ ਕਾਫੀ ਸਾਰੀ ਚੀਜ਼ਾਂ ਦੀ ਗੱਲ ਕਰੀਏ। ਸੋ ਜਿਹੜੇ ਕਾਰਪੋਰੇਟ ਘਰਾਣੇ ਨੇ, ਜੇਕਰ ਤੁਸੀਂ ਉਹਨਾਂ ਦੀ ਵੈਲਥ ਚੈੱਕ ਕਰੋ ਤਾਂ 2014 ਤੋਂ ਲੈ ਕੇ 2020 ਤੱਕ ਉਹਨਾਂ 'ਚ ਇੰਨੀ ਜ਼ਿਆਦਾ ਮੈਂ ਕਹਾਂ ਕਿ ਜਿਹੜੀ ਗਰੋਥ ਹੋਈ ਹੈ, ਸੋ ਜਿੰਨੀ ਇਹ ਗਰੋਥ ਹੋਈ ਹੈ ਪਿਛਲੇ 6 ਸਾਲਾਂ ਦੇ ਵਿੱਚ, ਹਰ ਇੱਕ ਨੂੰ ਚੁਕਾ ਦੇਗੀ ਕਿ ਹਾਂ ਵੀ ਇੰਨੀ ਜ਼ਿਆਦਾ ਗਰੋਥ, ਕਿਉਂਕਿ ਸੇਮ ਟਾਈਮ ਤੇ ਜਿਹੜੀ ਗਰੀਬੀ ਹੈ ਉਹ ਭਾਰਤ ਵਿੱਚ ਇੰਨੀ ਜ਼ਿਆਦਾ ਵੱਧਦੀ ਹੈ। ਉਸ ਤੋਂ ਬਾਅਦ ਜਿਹੜੇ ਆਮ ਬੱਚੇ, ਜਿਹੜੇ ਗਰੀਬ ਬੱਚੇ ਨੇ, ਉਹਨਾਂ ਨੂੰ ਸਹੀ ਤਰ੍ਹਾਂ ਖੁਰਾਕ ਨਹੀਂ ਮਿਲਦੀ ਵੀ। ਇੱਕ ਪਿੱਛੇ ਜਿਹੀ ਰਿਪੋਰਟ ਆਉਂਦੀ ਹੈ ਕਿ ਹਾਂ ਵੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਬੱਚੇ ਨੇ ਉਹਨਾਂ ਨੂੰ ਸਹੀ ਤਰ੍ਹਾਂ ਖੁਰਾਕ ਨਹੀਂ ਮਿਲਦੀ ਪਈ, ਕਿਉਂਕਿ ਉਹ ਇੰਨੇ ਗਰੀਬ ਨੇ। ਉਹ ਜਿਹੜੀ ਸਰਕਾਰ ਦੀ ਸਕੀਮਾਂ ਨੇ ਉਹ ਵੀ ਉਹਨਾਂ ਤੱਕ ਨਹੀਂ ਪਹੁੰਚ ਰਹੀਆਂ। ਪਰ ਹਾਂ, ਜਿਹੜੇ ਸਰਕਾਰੀ ਏਜੰਸੀਆਂ ਨੇ ਜਾਂ ਸਰਕਾਰੀ ਜਿਹੜੇ ਆਫਿਸਿਸ ਨੇ, ਕਾਰਖਾਨੇ ਨੇ, ਜੋ ਵੀ ਨੇ, ਉਹ ਕਾਰਪੋਰੇਟਰ ਨੂੰ ਵਿੱਚ ਜਾ ਰਹੇ ਨੇ। ਸੋ ਦੂਜੇ ਪਾਸੇ ਜਿਹੜੇ ਕੁਝ ਇੱਕ ਜਿਹੜੇ ਮੈਂ ਕਹਾਂ ਕਿ ਜਿਹੜੇ ਬੁੱਧੀਜੀਵ ਨੇ ਉਹ ਗੱਲ ਨੂੰ ਸਮਝਦੇ ਨੇ, ਉਹ ਬਾਕੀ ਲੋਕਾਂ ਨੂੰ ਵੰਡਦੇ ਨੇ, ਐਂਡ ਬਾਕੀ ਲੋਕੀ ਸਮਝਦੇ ਨੇ ਕਿ ਹਾਂ ਵੀ ਬਾਕੀ ਆਹ ਚੀਜ਼ ਹੋ ਰਹੀ ਹੈ, ਕਿਉਂਕਿ ਆਮ ਬੰਦਾ ਇਸ ਗੱਲ ਨੂੰ ਕਦੇ ਸੋਚਦਾ ਹੀ ਨਹੀਂ ਕਿ ਹਾਂ ਵੀ ਕੀ ਕੁਝ ਹੋ ਰਿਹਾ। ਸੋ ਇਹੀ ਗੱਲ ਹੈ ਕਿ ਹਾਂ ਵੀ ਜਿਨ੍ਹਾਂ ਨੇ ਖੇਤੀ ਕਾਨੂੰਨ ਧਿਆਨ ਨਾਲ ਪੜ੍ਹੇ ਸੁਣੇ, ਜਿਨ੍ਹਾਂ ਤੇ ਵਿਚਾਰ ਕੀਤਾ ਕਿ ਹਾਂ ਵੀ ਜ਼ਿਆਦਾ ਸਿੱਧਾ ਫਾਇਦਾ ਜਿਹੜਾ ਹੈ ਕਾਰਪੋਰੇਟ ਘਰਾਣਿਆਂ ਨੂੰ ਹੋਏਗਾ। ਐਂਡ ਲੋਕੀ ਹੁਣ ਗੁੱਸਾ ਕਰ ਰਹੇ ਨੇ ਕਿ ਤੁਸੀਂ ਇਹ ਬਿੱਲ ਬਣਾਏ ਕਾਹਤੋਂ ਆ, ਤੁਸੀਂ ਸਿੱਧਾ ਦੇਸ਼ ਜਿਹੜਾ ਹੈ ਉਹਨਾਂ ਦੇ ਹੱਥ ਦੇ ਦੇਵੋ। ਜੇ ਤੁਸੀਂ ਕਹਿਣ ਨੂੰ ਪ੍ਰਧਾਨ ਮੰਤਰੀ ਹੋ ਪਰ ਰੂਲ ਤੁਹਾਡੇ ਤੇ ਉਹ ਕਰ ਰਹੇ ਨੇ। ਸੋ ਇਹੀ ਕਰ ਰਹੇ ਨੇ ਕਿ ਹਾਂ ਵੀ ਹੁਣ ਉਹਨਾਂ ਨੂੰ ਜਿਹੜਾ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਮੈਂ ਵਿਰੋਧ ਦੀ ਗੱਲ ਕੀਤੀ, ਅਸੀਂ ਸਾਰੇ ਜਾਣਦੇ ਹਾਂ ਕਿ ਕੱਲ ਬੀਤੇ ਦਿਨ ਜਦੋਂ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟੜ, ਜਿਨ੍ਹਾਂ ਨੇ ਕਿੰਨੀਆਂ ਖੱਟੀਆਂ ਗੱਲਾਂ ਕੀਤੀਆਂ ਇਸ ਕਿਸਾਨੀ ਅੰਦੋਲਨ ਦੇ ਬਾਰੇ, ਐਂਡ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਗੱਲ ਜਿਹੜੀ ਹੈ ਨਹੀਂ ਚੁੱਕੀ। ਸੋ ਜਦੋਂ ਉਹ ਆਪਣੀ ਰੈਲੀ ਵਗੈਰਾ ਕੱਢਦੇ ਨੇ ਜਾਂ ਫਿਰ ਉੱਥੇ ਦੇ ਕੋਈ ਇੱਕ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨਸ ਨੇ ਉੱਥੇ ਜਾਣ ਲਈ ਆਪਣੇ ਰਵਾਨਾ ਹੁੰਦੇ ਨੇ, ਤੇ ਰਾਹ ਵਿੱਚ, ਕਿਉਂਕਿ ਪੂਰਾ ਐਡਾ ਵੱਡਾ ਸੂਬਾ ਕਿਸਾਨੀ ਸੂਬਾ ਹੈ, ਤੇ ਉੱਥੇ ਜਦੋਂ ਕਿਸਾਨ ਉਹਨਾਂ ਨੂੰ ਘੇਰਦੇ ਨੇ, ਹਾਲਾਂਕਿ ਕਿਸੇ ਨੇ ਕੋਈ ਵਾਇਓਲੇਸ਼ਨ ਨਹੀਂ ਕੀਤੀ, ਕੋਈ ਹਿੰਸਾ ਨਹੀਂ ਕੀਤੀ, ਬਸ ਉਹਨਾਂ ਨੂੰ ਕਾਲੇ ਝੰਡੇ ਦਿਖਾਏ। ਤੁਸੀਂ ਗੱਲ ਕਰ ਰਹੇ ਸੀ ਮਨੋਹਰ ਲਾਲ ਖੱਟੜ ਦੇ ਬਾਰੇ, ਔਰ ਉਹ ਇਦਾਂ ਦਾ ਸੀਐਮ ਆ ਜਿਹੜੇ ਤੁਸੀਂ ਦੇਖੋ ਕਿ ਪਹਿਲਾਂ ਜਿਹੜਾ ਹੈ ਡੈਮੋਕ੍ਰੇਸੀ ਦੇ ਵਿੱਚ ਇੱਕ ਬਹੁਤ ਮਾੜੀ ਗੱਲ ਹੈ ਜਿਹੜੀ ਤੁਸੀਂ ਜਿਹੜਾ ਹੈ ਲੋਕਾਂ ਨੂੰ ਇਉਂ ਰੋਕ ਰਹੇ ਹੋ ਜਿਵੇਂ ਉਹ ਕੋਈ ਕਿਸੇ ਤਰੀਕੇ ਨਾਲ ਕਿਸੇ ਹੋਰ ਦੁਨੀਆ ਤੋਂ ਆ ਕੇ ਤੁਹਾਡੇ ਆਏ ਹੋਣਗੇ। ਫਿਰ ਹੁਣ ਵੀ ਮੈਨੂੰ ਲੱਗਦਾ ਕਿ ਜਦੋਂ ਖੱਟੜ ਸਾਹਿਬ ਕਹਿੰਦੇ ਸੀ ਨਾ ਵੀ ਕਿਸਾਨੀ ਅੰਦੋਲਨ ਦੇ ਵਿੱਚ ਕੋਈ ਵੀ ਜਿਹੜਾ ਕਿਸਾਨ ਨਹੀਂ ਹੈਗਾ, ਫਿਰ ਅੰਬਾਲਾ ਵੀ ਮੈਨੂੰ ਲੱਗਦਾ ਕਿ ਉਹਨਾਂ ਨੇ ਇਹ ਕਿਹਾ ਹੋਣਾ ਵੀ ਇਹ ਚੈੱਕ ਕਰੋ, ਇਹ ਪੰਜਾਬ ਤੋਂ ਤਾਂ ਨਹੀਂ ਕਿਤੇ ਆਏ ਹੋਏ, ਇਹ ਕਿਤੇ ਯੂਪੀ ਤੋਂ ਤਾਂ ਨਹੀਂ ਆਏ ਹੋਏ, ਇਹ ਕਿਤੇ ਹੋਰ ਮੁਲਕ 'ਚ ਤਾਂ ਨਹੀਂ ਆਏ, ਕਿਉਂਕਿ ਸਾਡੇ ਵਾਲੇ ਕਿਸਾਨ ਤਾਂ ਕਦੇ ਹੋ ਹੀ ਨਹੀਂ ਸਕਦੇ, ਉਹ ਤਾਂ ਖੁਸ਼ਹਾਲ ਬਹੁਤ ਆ। ਸੋ ਇਹ ਕਿਤੇ ਨਾ ਕਿਤੇ ਉਹਨਾਂ ਦਾ ਭੁਲੇਖਾ ਮੈਨੂੰ ਲੱਗਦਾ ਕਿ ਉਹਨਾਂ ਨੇ ਜਿਹੜੀ ਉਹਨਾਂ ਦੀ ਜ਼ੈਡ ਸਿਕਿਉਰਿਟੀ, ਜਿਹੜੀ ਵੀ ਸਿਕਿਉਰਿਟੀ ਉਹਨਾਂ ਦੀ ਇਸ ਟਾਈਮ ਹੈਗੀ ਆ, ਉਹਨਾਂ ਨੇ ਲੋਕਾਂ ਦੇ ਉੱਥੇ ਆਧਾਰ ਕਾਰਡ ਚੈੱਕ ਕੀਤੇ ਹੋਣੇ ਪਹਿਲਾਂ ਵੀ ਭਾਈ ਸਾਨੂੰ ਦਿਖਾਓ ਕਿ ਤੁਸੀਂ ਕਿੱਥੋਂ ਦੇ ਹੈਗੇ ਆ। ਪਰ ਬਾਕੀ ਚਲੋ ਇਹ ਗੱਲ ਤੇ ਉਹਨਾਂ ਦਾ ਸਵਾਗਤ ਇੰਨਾ ਕੁ ਤਾਂ ਬਣਦਾ ਹੀ ਆ, ਔਰ ਇੱਥੇ ਬਾਅਦ ਮੈਨੂੰ ਲੱਗਦਾ ਜੇ ਹੁਣ ਸਾਡੇ ਪੰਜਾਬ 'ਚ ਹੋਏ ਫਿਰ ਇਦੋਂ ਜ਼ਿਆਦਾ ਵੀ ਸਵਾਗਤ ਹੋ ਸਕਦਾ। ਹਾਲੇ ਤਾਂ ਇਕੱਲਾ ਸਟਾਰਟਰ ਦਿੱਤਾ ਆ, ਇੱਥੇ ਸਾਡੇ ਲੋਕਾਂ ਨੇ ਤਾਂ ਉਹਨਾਂ ਨੂੰ ਮੇਨ ਕੋਰਸ ਵੀ ਖਿਲਾ ਕੇ ਭੇਜਣਾ ਮੈਨੂੰ ਲੱਗਦਾ। ਸੋ ਜਿਸ ਕਿਤੇ ਨਾ ਦੇਖੋ, ਜੋ ਤੁਸੀਂ ਗਲਤ ਕਰਦੇ ਹੋ ਨਾ, ਉਸ ਗਲਤ ਦਾ ਵਿਰੋਧ ਹੋਣਾ ਬਹੁਤ ਜ਼ਰੂਰੀ ਆ, ਜੋ ਕਿ ਮੀਡੀਆ ਦਾ ਕੰਮ ਹੁੰਦਾ ਅਕਸਰ। ਔਰ ਇੱਥੇ ਜਿਹੜਾ ਮੀਡੀਆ ਆ, ਤੁਹਾਨੂੰ ਲੱਗਦਾ ਹੈ ਕਿ ਉਹ ਮੀਡੀਆ ਇੰਨਾ ਬੇਕਾਰ ਹੋ ਚੁੱਕਾ ਹੈ, ਜਿਹੜਾ ਜਿਹਨੂੰ ਅਸੀਂ ਨੈਸ਼ਨਲ ਮੀਡੀਆ ਕਹਿੰਦੇ ਹਾਂ, 2 ਗਿਣੇ ਚੁਣੇ ਜਿਹੜੇ ਆਪਾਂ ਕਹਿ ਲਈਏ ਚੈਨਲ ਆ, ਉਹਨਾਂ ਤੋਂ ਇਲਾਵਾ ਉਹ ਜਿਹੜਾ ਹੈ ਉਹ ਵਿਰੋਧ ਨਹੀਂ ਹੋ ਰਿਹਾ। ਦੂਸਰੇ ਬੰਨੇ ਜਿਹੜੀ ਮੇਨ ਭੂਮਿਕਾ ਦੇ ਵਿੱਚ ਹੁੰਦੇ, ਜਿਹੜੇ ਮੇਨ ਸੈਕੰਡ ਲੀਡ ਹੁੰਦੀ ਆ, ਉਹ ਅਸੀਂ ਵਿਰੋਧੀ ਧਿਰ ਕਹਿੰਦੇ ਆ। ਔਰ ਵਿਰੋਧੀ ਧਿਰ ਤੇ ਇੱਦਾਂ ਪਿਆ ਸੀਗਾ ਜਿਵੇਂ ਉਹ ਲੱਗਦਾ ਸੀ ਕੁਛ ਦੁਨੀਆ 'ਚ ਹੋ ਹੀ ਨਹੀਂ ਰਿਹਾ। ਜਦੋਂ ਕੋਈ ਬੋਲਦਾ ਸੀਗਾ ਮਾੜਾ ਜਿਹਾ, ਜਿਹੜੇ ਸਾਡੇ ਜਿਹੜੇ ਸਕਾਲਰ ਨੇ, ਬੁੱਧੀਜੀਵੀ ਬੋਲਦੇ ਸੀਗੇ, ਉਹਨਾਂ ਵਿਚਾਰਿਆਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਅਸੀਂ ਢੱਕ ਦਿੱਤੇ ਸੀਗੇ। ਸੋ ਇਹ ਕਿਸਾਨ ਅੰਦੋਲਨ ਜਿਹੜਾ ਆ, ਮੈਨੂੰ ਲੱਗਦਾ ਕਿ ਹੁੰਦਾ ਨਾ ਕਿ ਤੁਸੀਂ ਜਦੋਂ ਕਿਤੇ ਬਹੁਤ ਅੱਤ ਹੁੰਦੀ ਆ, ਤੇ ਅੱਤ ਖੁਦਾ ਦਾ ਆਪਾਂ ਸੁਣਿਆ ਕਿ ਵੈਰ ਹੁੰਦਾ ਆ। ਹੁਣ ਇਹ ਕਿਸਾਨ ਅੰਦੋਲਨ ਜਿਹੜਾ ਹੈ ਇਹ ਇਸ ਚੀਜ਼ ਨੂੰ ਨੱਥ ਪਾਉਣ ਦੇ ਲਈ ਆਇਆ ਵੀ ਭਾਈ ਜੇ ਹੁਣ ਕੁਝ ਗਲਤ ਹੋ ਗਿਆ ਤੇ ਅਸੀਂ ਜਿਹੜਾ ਖੜਾਂਗੇ।
ਜਦੋਂ ਆਮ ਨਰੋਲ ਲੋਕੀ ਖੜਦੇ ਨਾ ਕਿਸੇ ਦੀ ਲਹਿਰ ਦੇ ਵਿੱਚ, ਚਾਹੇ ਉਹ ਹਿਟਲਰ ਹੋਵੇ ਚਾਹੇ ਉਹ ਕੋਈ ਹੋਰ ਹੋਵੇ ਤਾਨਾਸ਼ਾਹ, ਜਦੋਂ ਆਮ ਲੋਕੀ ਜਿਹੜੇ ਨੇ ਇੱਕ ਕਰ ਲੈਂਦੇ ਨੇ ਕਿ ਪੱਕਾ ਵੀ ਹੁਣ ਇਹਨੂੰ ਹਟਾਉਣਾ ਹੈ ਨਾ, ਤੇ ਉਹ ਚੀਜ਼ ਹੋ ਜਾਣੀ ਹੈ। ਹੁਣ ਅਸੀਂ ਬਾਰ-ਬਾਰ ਜਿਹੜਾ ਹੈ ਹਿਟਲਰ ਦੇ ਨਾਲ ਕੰਪੈਰੀਜ਼ਨ ਕਰ ਰਹੇ ਹਾਂ ਅਸੀਂ, ਸੋ ਇਹ ਗੱਲਾਂ ਜਿਹੜੀਆਂ ਨੇ ਮੋਦੀ ਸਾਹਿਬ ਤੱਕ ਤਾਂ ਪਹੁੰਚ ਰਹੀਆਂ ਨੇ, ਦਿੱਲੀ ਹਿੱਲੀ ਵੀ ਹੋਈ ਹੈ। ਪਰ ਕਿਤੇ ਨਾ ਕਿਤੇ ਦੇਖੋ ਅੱਜ ਕੱਲ੍ਹ ਨਵਾਂ ਟ੍ਰੈਂਡ ਜਿਹੜਾ ਅਸੀਂ ਲੱਭ ਰਹੇ ਸੀਗੇ ਕਿ ਨਵਾਂ ਟ੍ਰੈਂਡ ਹੋ ਗਿਆ, ਜੇ ਤੁਹਾਨੂੰ ਇਹ ਸਰਕਾਰਾਂ ਇਦਾਂ ਕਰਨ ਲੱਗ ਪਈਆਂ ਕਿ ਜੇ ਤੁਹਾਡੇ ਖਿਲਾਫ ਕੋਈ ਬੋਲਦਾ ਨਾ ਉਹਦੇ ਤੇ ਈਡੀ ਦਾ ਪਾ ਦਿਓ, ਉਹਨੂੰ CBI ਜਾਂਚ ਕਰਾ ਦਿਓ, ਉਹਦਾ ਕੋਈ ਪੁਰਾਣਾ ਕੇਸ ਆ ਬਈ ਉਹ ਖਿਲਾ ਲਓ। ਇਹ ਇੱਕ ਤਰੀਕੇ ਦੇ ਨਾਲ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਖਤਰਨਾਕ ਚੀਜ਼ ਹੁੰਦੀ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਵਿਰੋਧੀ ਧਿਰ ਦੇ ਨੇਤਾ ਬੋਲਣ ਜੋਗੇ ਨਹੀਂਗੇ? ਉਹਨਾਂ ਕੋਲ ਇਹਨਾਂ ਦੇ ਰਾਜ ਨਹੀਂ ਹੈਗੇ? ਰਾਜ ਹੈਗੇ ਭਾਈ, ਉਹਨਾਂ ਦੇ ਕੋਲ, ਉਹਨਾਂ ਦੇ ਰਾਜ ਵੀ ਪਰ ਦੁੱਗਣੇ ਆ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਹਰ ਕੋਈ ਖਾ ਕੇ ਗਿਆ ਆ। ਇੱਕ ਗੱਲ ਅਸੀਂ ਸਮਝ ਜਾਂਦੇ ਖੱਟਣੇ ਆਏ ਹਾਂ, ਖਟਾਣੇ ਨਹੀਂ। ਤੇ ਇਹਨਾਂ ਨੇ ਜਿਹੜੀ ਸਰਕਾਰ ਹੈ ਇਹ ਖੱਟ ਕੇ ਚਲੀ ਗਈ ਆ, ਪਰ ਖਟਾਇਆ ਇਹਨਾਂ ਨੇ ਕਿਸੇ ਨੂੰ ਨਹੀਂ ਆ। ਅਸੀਂ ਤਾਂ ਲੋਕ ਸਿਰਫ ਉਹੀ ਆ ਜਿੱਦਾਂ ਹੁਣ ਜੇ ਮੇਰਾ ਮਾਮਾ ਲੱਗਾ ਹੋਇਆ ਤੇ ਮੈਂ ਕਹਿੰਦਾ ਜੀ ਮੇਰੇ ਮਾਮੇ ਮਗਰ ਜਾਣਾ ਆ, ਮੇਰੇ ਜੇ ਕੋਈ ਚਾਚੇ ਦਾ ਮੁੰਡਾ ਕਿਸੇ ਨੂੰ ਦੇ ਨਾਲ ਖੜਾ ਹੈ ਤਾਂ ਮੈਂ ਚਾਚੇ ਦੇ ਮੁੰਡੇ ਜਾਣਾ ਹੈ। ਇਹ ਡੈਮੋਕ੍ਰੇਸੀ ਜਿਹੜੀ ਹੈ ਇਹ ਆਪਣਾ ਅਸਲ ਰੂਪ ਜੇ ਲੈ ਲਵੇ ਨਾ, ਤੇ ਸਾਡਾ ਜਿਹੜਾ ਇਹ ਭਾਰਤ ਹੈ ਇਹ ਵੀ ਸਵਰਗ ਬਣ ਜਾਵੇ, ਇਹਦੇ ਨਾਲ ਦਾ ਕੋਈ ਥਾਂ ਜਿਹੜੀ ਆ ਹੋਰ ਨਾ ਹੋ। ਬਾਕੀ ਖਹਿਰਾ ਸਾਹਿਬ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਹਾਂ ਵੀ ਜੇਕਰ ਹਰ ਕੋਈ ਜਿਹੜਾ ਇਨਸਾਨ ਹੈ, ਭਾਵੇਂ ਕੋਈ ਆਮ ਵਿਅਕਤੀ ਹੈ ਤੇ ਭਾਵੇਂ ਕੋਈ ਨੇਤਾ ਹੈ, ਜੇਕਰ ਆਪਣਾ ਕੰਮ ਸਹੀ ਤਰੀਕੇ ਨਾਲ ਕਰੇ ਤਾਂ ਮੈਂ ਕਹਿੰਦਾ ਜਿਹੜਾ ਭਾਰਤ ਕੀ ਪੂਰੀ ਜਿਹੜੀ ਦੁਨੀਆ ਬਿਲਕੁਲ ਖੁਸ਼ਹਾਲ ਹੋਵੇਗੀ, ਨਾ ਹੀ ਕਿਸੇ ਨੂੰ ਕੋਈ ਇਸ਼ੂਜ਼ ਹੋਣਗੇ, ਨਾ ਹੀ ਜਿਹੜੇ ਕੋਈ ਅਜਿਹੇ ਜਿਹੜੇ ਮੁਜ਼ਾਹਰੇ ਕਰਨ ਦੀ ਕਿਸੇ ਨੂੰ ਲੋੜ ਪਵੇਗੀ। ਪਰ ਜਿਹੜਾ ਹੁਣ ਮੁਜ਼ਾਹਰਾ ਚੱਲ ਰਿਹਾ, ਜਿਹੜਾ 28ਵੇਂ ਦਿਨ ਵਿੱਚ ਪਹੁੰਚ ਚੁੱਕਿਆ, ਐਂਡ ਜਿਹੜੀ ਕੇਂਦਰ ਸਰਕਾਰ ਹੈ ਜੋ ਕਿ ਇਸ ਦੇ ਹੱਕ ਵਿੱਚ ਜਾਂ ਪੱਖ ਵਿੱਚ ਕੋਈ ਵੀ ਫੈਸਲਾ ਸੁਣਾਉਂਦੀ ਹੋਈ ਨਜ਼ਰ ਨਹੀਂ ਆ ਰਹੀ, ਐਂਡ ਬੈਕ ਟੂ ਬੈਕ ਅਜਿਹੇ ਕੰਮ ਕਰ ਰਹੀ ਹੈ ਕਿ ਹਾਂ ਵੀ ਸ਼ੋਅ ਕਰ ਰਹੀ ਹੈ ਕਿ ਨਹੀਂ ਜੀ ਅਸੀਂ ਤਾਂ ਕਿਸਾਨਾਂ ਦੇ ਨਾਲ ਆ, ਅਸੀਂ ਤਾਂ ਪੰਜਾਬ ਦੇ ਨਾਲ ਆ। ਜਿਵੇਂ ਪਹਿਲਾਂ ਵੀ ਅਸੀਂ ਦੇਖਿਆ ਕਿ ਗੁਜਰਾਤ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੀ ਲੋੜ ਪੈ ਗਈ, ਫਿਰ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਜਾ ਕੇ ਗੱਲਬਾਤ ਕਰ ਰਹੇ ਨੇ ਮੋਦੀ ਸਾਹਿਬ, ਪਰ ਉਹਨਾਂ ਕੋਲ ਦਿੱਲੀ ਨਹੀਂ ਆਇਆ ਜਾ ਰਿਹਾ। ਫਿਰ ਦਿੱਲੀ ਆ ਵੀ ਗਏ ਨੇ ਤਾਂ ਉੱਥੋਂ ਦੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਰਹੇ ਨੇ। ਚਲੋ ਮੱਥਾ ਟੇਕੋ, ਕੋਈ ਗੱਲ ਨਹੀਂ ਜੀ, ਗੁਰਦੁਆਰੇ ਦੇ ਜਿਹੜੇ ਦਰਵਾਜ਼ੇ ਨੇ ਉਹ ਹਰ ਇੱਕ ਇਨਸਾਨ ਲਈ ਖੁੱਲ੍ਹੇ ਨੇ, ਉਹ ਤਾਂ ਚਲੋ ਫਿਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਪਰ ਉਹਨਾਂ ਕੋਲ ਉੱਥੇ ਨਹੀਂ ਜਾਇਆ ਜਾ ਰਿਹਾ। ਠੀਕ ਹੈ, ਅੱਛਾ ਫਿਰ ਜਦੋਂ ਆ ਗੁਰਦੁਆਰਾ ਸਾਹਿਬ ਜਾਂਦੇ ਨੇ ਉੱਥੇ ਬੜੀ ਮੈਂ ਕਹਿੰਦਾ ਖਬਰ ਸੁੱਟੀ ਜਾਂਦੀ ਹੈ ਮੀਡੀਆ ਦੇ ਵਿੱਚ ਕਿ ਹਾਂ ਵੀ ਅਣਮਿੱਥਾ ਪਲਾਨ ਸੀਗਾ, ਆਮ ਜਨਤਾ ਦੇ ਵਿੱਚ ਜਾ ਕੇ ਮੱਥਾ ਟੇਕਿਆ। ਭਲਾ ਦੱਸੋ, ਉੱਥੇ ਮੀਡੀਆ ਵੀ ਤਾਂ ਮੌਜੂਦ ਸੀਗਾ, ਉਹਨਾਂ ਨੂੰ ਵੀ ਖਬਰ ਪਹੁੰਚੀ ਆ, ਸੋ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਹਾਂ ਵੀ ਅਣਮਿੱਥਾ ਸੀਗਾ। ਬੇਸਿਕਲੀ ਉਹ ਪਬਲਿਕ ਰਿਲੇਸ਼ਨ ਸਟੰਟ ਸੀਗਾ, ਹੈ ਨਾ, ਤੁਹਾਡਾ PR ਦੇ ਲਈ ਤੁਸੀਂ ਸਟਰੋਂਗ ਕਰ ਰਹੇ ਹੋ ਐਂਡ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਜਾਂ ਫਿਰ ਇੱਕ ਸਪੈਸ਼ਲ ਤਬਕੇ ਦੀ ਵੋਟ ਹੈ ਉਹਨੂੰ ਆਪਣੇ ਅੰਦਰ ਤੁਸੀਂ ਫੇਵਰ ਕਰ ਰਹੇ ਹੋ। ਅੱਛਾ, ਇਹ ਵੀ ਗੱਲਾਂ ਹੋ ਗਈਆਂ। ਹੁਣ ਖਬਰ ਕੀ ਆ ਰਹੀ ਹੈ ਜੋ ਕਿ ਮੈਂ ਹੁਣੇ ਖਬਰ ਸਾਹਮਣੇ ਪੜ੍ਹ ਰਿਹਾ ਕਿ 25 ਤਰੀਕ ਨੂੰ, ਯਾਨੀ ਕਿ ਜਦੋਂ ਸਾਡੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਦੋਂ ਜਨਮ ਦਿਨ ਹੁੰਦਾ, ਠੀਕ ਹੈ, ਹੁਣ ਉਸ ਦਿਨ ਪ੍ਰਧਾਨ ਮੰਤਰੀ ਕੀ ਕਰਨਗੇ, ਆਪਣੀ ਇੱਕ ਕਿਸਾਨ ਸਨਮਾਨ ਨਿਧੀ ਅਧੀਨ ਕੋਈ ਉਹਨਾਂ ਦੀ ਕੋਈ ਪਾਲਿਸੀ ਚੱਲਦੀ ਹੈ। ਹੁਣ ਉਹਦੇ ਅੰਦਰ ਉਹ ਲਾਈਵ ਕਾਨਫਰੰਸ ਦੇ ਜ਼ਰੀਏ 9000 ਜਿਹੜੇ ਕਿਸਾਨ ਨੇ, ਹੈ ਨਾ, ਉਹਨਾਂ ਦੇ ਪਰਿਵਾਰਾਂ ਨੂੰ 18000 ਰੁਪਇਆ ਕਰੋੜ ਜਿਹੜਾ ਹੈ ਉਹ ਵੰਡਣਗੇ ਕੋਈ ਸਕੀਮ ਦੇ ਤਹਿਤ। ਠੀਕ ਹੈ, ਵੈਸੇ ਤਾਂ ਅੱਗੇ ਪਿੱਛੇ ਵੀ ਵੰਡੀ ਜਾ ਸਕਦੀ ਸੀਗੀ, ਠੀਕ ਹੈ, ਬਿਨਾਂ ਦੱਸੇ ਵੀ ਵੰਡੀ ਜਾ ਸਕਦੀ ਸੀਗੀ। ਕਿਉਂ? ਕਿਉਂਕਿ ਇਸ ਟਾਈਮ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਬਾਰ-ਬਾਰ ਜਿਹੜੀ ਸਰਕਾਰ ਹੈ ਉਹ ਇਹੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਤਾਂ ਬਈ ਕਿਸਾਨ ਪੱਖੀ ਹਾਂ, ਅਸੀਂ ਤਾਂ ਕਿਸਾਨ ਹਮਾਇਤੀ ਹਾਂ, ਹੈ ਨਾ। ਪਰ ਅਜਿਹੇ ਸਟੰਟ ਕਰਨੋਂ ਚੰਗਾ ਅਗਰ ਉਹ ਸਿੰਗਲ ਇੱਕ ਕੰਮ ਕਰ ਦਿੰਦੇ ਨੇ ਕਿ ਹਾਂ ਵੀ ਅਸੀਂ ਬਿੱਲ ਰੱਦ ਕਰ ਦੇਣ, ਤਾਂ ਮੈਨੂੰ ਲੱਗਦਾ ਕਿ ਐਡੇ ਡਰਾਮੇ, ਇੰਨਾ ਜਿਹੜਾ ਟਾਈਮ ਵੇਸਟ ਕਰਨ ਦੀ ਲੋੜ ਨਾ ਪਵੇ ਕੇਂਦਰ ਸਰਕਾਰ ਨੂੰ। ਦੇਖੋ ਸਰਕਾਰਾਂ ਜਿਹੜੀਆਂ ਨੇ ਉਹ ਕੋਈ ਵੀ ਇੱਦਾਂ ਕਰਦੀਆਂ, ਮੌਕਾ ਜਿਹੜਾ ਹੈ ਉਹਨੂੰ ਉਹ ਚੰਗੀ ਤਰੀਕੇ ਦੇ ਨਾਲ ਕੈਸ਼ ਕਰਦੀਆਂ ਨੇ, ਕਿਉਂਕਿ ਬਈ ਅਗਲਾ ਸਾਲ ਵੀ ਅਗਲੀ ਵਾਰੀ ਜਿਹੜੀ ਅਗਲੀ ਪਾਰੀ ਆਉਣੀ ਆ ਉਸ ਤੋਂ ਬਾਅਦ ਵੀ ਇਹਨਾਂ ਨੇ ਇਲੈਕਸ਼ਨ ਕਰਨਾ ਹੈ। ਸੋ ਹੁਣ ਇਹਨਾਂ ਨੇ ਤਾਂ ਸੋਚ ਲਿਆ ਵੀ ਜਿਹੜੀ ਆਪਾਂ ਕਹਿ ਲਈਏ ਕਿ ਇਨਕਮ ਵੀ ਜਿਹੜੀ ਆ 2022 ਤੱਕ ਜਿਹੜੀ ਆ ਉਹ ਦੁੱਗਣੀ ਕਰਨੀ ਹੈ। ਸੋ ਇੱਦਾਂ ਹੀ ਦੁੱਗਣੀ ਹੋਣੀ ਹੈ। ਹੁਣ ਤੁਸੀਂ ਦੇਖੋ ਜੇ 2 ਕਿੱਲੇ ਆ, ਤੁਸੀਂ ਉਹਦੀ ਫਿਰ ਇਨਕਮ ਜਿਹੜੀ ਆ ਦੁੱਗਣੀ ਕਿੱਦਾਂ ਕਰ ਲਓਗੇ? ਜਾਂ ਤਾਂ ਫਿਰ ਉਹਦੇ 4 ਕਿੱਲੇ ਬਣਾ ਦਿਓ, 2 ਕਿੱਲੇ ਤੁਸੀਂ ਹੋਰ ਲੈ ਦਿਓ ਉਹਨੂੰ, 4 ਕਿੱਲੇ ਲੈ ਦਿਓ, ਤਾਂ ਫਿਰ ਤੁਹਾਡੀ ਉਹਦੀ ਇਨਕਮ ਦੁੱਗਣੀ ਹੋ ਜਾਊਗੀ। ਫਿਰ ਉੱਦਾਂ ਦੇ ਤਰੀਕਿਆਂ ਨਾਲ ਇਨਕਮ ਦੁੱਗਣੀ ਨਹੀਂ ਹੋ ਸਕਦੀ। ਮੈਨੂੰ ਲੱਗਦਾ ਕਿ ਆਹ ਜਿਹੜੇ ਤਰੀਕੇ ਆ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਦੁੱਗਣੀ ਹੋ ਜਾਵੇ। ਬਾਕੀ ਤੁਸੀਂ ਤਾਂ ਫਿਰ ਭੋਲੀਆਂ ਗੱਲਾਂ ਕਰਦੇ ਹੋ। ਸਰਕਾਰ ਜੇ ਇੱਕ ਤਰੀਕੇ ਨਾਲ 1 ਰੁਪਈਆ ਵੀ ਖਰਚੇ ਉਹ ਤਾਂ ਵੀ ਰੌਲਾ ਪਾ ਦਿੰਦੀ ਵੀ ਅਸੀਂ ਇੱਥੇ ਲੋਕਾਂ ਦੀ ਭਲਾਈ ਲਈ ਖਰਚ ਲਿਆ। ਆਪਦੇ ਲਈ ਭਲਾ ਉਹ 10 ਲੱਖ ਦਾ ਸੂਟ ਲੈ ਲੈਣ, ਉਹਨਾਂ ਦੀਆਂ ਘੜੀਆਂ ਇੰਨੀਆਂ ਮਹਿੰਗੀਆਂ ਲੈ ਲੈਣ, ਫਿਰ ਉਹਦਾ ਨਹੀਂ ਨਾ ਰੌਲਾ ਪੈਂਦਾ। ਠੀਕ ਆ, ਉਹ ਕਿਤੇ ਨਾ ਕਿਤੇ ਫਿਰ ਜਿਹੜੀ ਗੱਲ ਆ ਮੋਰਾਂ ਦੇ ਨਾਲ ਉਹ ਖੇਡਦੇ ਰਹਿੰਦੇ ਨੇ, ਉਹ ਤਾਂ ਐਵੇਂ ਝੋਲਾ ਚੱਕ ਕੇ ਚਲੇ ਜਾਂਦੇ ਆ। ਤੇ ਲੋਕੀ ਆ ਜਿਹੜੇ ਐਵੇਂ ਲੋਕੀ ਭੈੜੇ ਸ਼ੱਕ ਕਰਦੇ, ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ। ਮੋਦੀ ਸਾਹਿਬ ਹੋਣੀ ਤਾਂ ਬਹੁਤ ਚੰਗਾ ਕੰਮ ਕਰਦੇ, ਤੁਸੀਂ ਭੋਲੇ ਲੋਕ ਆ, ਤੁਸੀਂ ਸਮਝਦੇ ਨਹੀਂ ਗੱਲ। ਅਗਲਿਆਂ ਨੇ ਤਾਂ ਰਾਤੋਂ ਰਾਤ ਜਿਹੜੇ ਨੇ ਬਾਨੀ ਅੰਡਾਨੀ ਉੱਚੇ ਕਰਨ ਦੇ ਸੁਪਨੇ ਲੈ ਲਏ ਸੀ। ਜੇ ਤੁਸੀਂ ਉੱਠਦੇ ਨਾ ਤਾਂ ਅਗਲਿਆਂ ਨੇ ਤਾਂ ਕਰ ਛੱਡੇ ਸੀ। ਦੇਖੋ ਜੇ ਗੱਲ ਦੇਖੀ ਜਾਵੇ ਕਿ ਫੂਡ ਜਿਹੜਾ ਆ ਉਹ ਸਭ ਤੋਂ ਬੇਸਿਕ ਜਿਹੜੀ ਚੀਜ਼ ਹੈ, ਔਰ ਸਾਰੀ ਉਮਰ ਦੁਨੀਆ ਦੀ ਰਹਿੰਦੀ ਦੁਨੀਆ ਤੱਕ ਲੋਕਾਂ ਜੇ ਰੋਕ ਰਹੇ ਆ ਤੇ ਲੋਕਾਂ ਨੇ ਖਾਣਾ ਤਾਂ ਕੁਛ ਹੈਗਾ ਹੀ ਆ। ਸੋ ਉਹਨਾਂ ਨੇ ਕਿਹਾ ਕਿਉਂ ਨਾ ਬਈ ਅਸੀਂ ਉਸ ਚੀਜ਼ ਨੂੰ ਨੱਥ ਪਾਈਏ ਜਿਹੜੀ ਸਭ ਤੋਂ ਜ਼ਿਆਦਾ ਆ, ਹਿੰਗ ਲੱਗੇ ਨਾ ਫਟਕੜੀ ਤੇ ਰੰਗ ਚੋਖਾ ਆਵੇ। ਬਈ ਫੂਡ ਤਾਂ ਆਉਣਾ ਹੀ ਆਉਣਾ, ਹਰ ਕਿਸੇ ਨੇ ਖਾਣਾ ਹੀ ਖਾਣਾ ਆ। ਇਸ ਲਈ ਉਹ ਚੀਜ਼ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਨੂੰ ਜਿਹੜਾ ਹੈ ਉਹ ਟਾਰਗੇਟ ਕੀਤਾ ਗਿਆ
ਇਸ ਕਰਕੇ ਹੁਣ ਉਹਨਾਂ ਨੇ ਤਾਂ ਵਾਅਦਾ ਜਿਹੜਾ ਕੀਤਾ ਸੀ ਉਹ ਨਿਭਾਉਣ ਲੱਗੇ ਸੀਗੇ। ਤੁਸੀਂ ਹੁਣ ਅੜਿੱਕਾ ਬਣਦੇ ਆ, ਤੁਸੀਂ ਚੰਦਰੇ ਲੋਕ ਕਿਤੇ ਜੀਣ ਥੋੜੀ ਦਿੰਦੇ ਉਹਨੂੰ। ਜੀ ਖੈਰ ਸਾਹਿਬ, ਤੁਸੀਂ ਜਿਹੜੀ ਗੱਲ ਕਰ ਰਹੇ ਹੋ ਐਂਡ ਹੋਰ ਵੀ ਕਾਫੀ ਸਾਰੇ ਬੁੱਧੀਜੀਵਾਂ ਦੇ ਮੂੰਹੋਂ ਵੀ ਮੈਂ ਇਹੀ ਗੱਲ ਸੁਣੀ ਆ ਕਿ ਮੋਦੀ ਸਾਹਿਬ ਤਾਂ ਇੱਕ ਮੈਂ ਕਹਿੰਦਾ ਬਸ ਇੱਕ ਰਾਹ ਦੀ ਇੱਕ ਕਠਪੁਤਲੀ ਹੈ ਨਾ। ਅਸਲੀ ਜਿਹੜੀ ਡੋਰਾਂ ਨੇ ਉਹ ਤਾਂ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ, ਈਵਨ ਇਕੱਲੇ ਭਾਰਤ ਦੀ ਕਾਰਪੋਰੇਟ ਘਰਾਂ ਦੇ ਵਿੱਚ ਨਹੀਂ, ਮੈਂ ਕਹਾਂ ਕਿ ਜਿਹੜੇ ਪੂਰੀ ਦੁਨੀਆ ਦੇ ਜਿਹੜੇ ਸਭ ਤੋਂ ਅਮੀਰ ਲੋਕ ਨੇ ਉਹਨਾਂ ਦੇ ਹੱਥ ਵਿੱਚ। ਕਿਉਂਕਿ ਅਸੀਂ ਵੇਖਿਆ ਕਿ ਰੀਸੈਂਟਲੀ ਇਸ ਕਿਸਾਨੀ ਅੰਦੋਲਨ ਤੋਂ ਪਹਿਲਾਂ, ਈਵਨ ਬਿੱਲ ਪਾਸ ਹੋਣ ਤੋਂ ਪਹਿਲਾਂ, ਅਸੀਂ ਸਾਰੇ ਲੋਕਾਂ ਨੇ ਦੇਖਿਆ ਕਿ ਹਾਂ ਵੀ ਜਿਹੜਾ ਰਿਲਾਇੰਸ ਹੈ ਉਹਦਾ ਜੀ ਕਾਫੀ ਵੱਡਾ ਸ਼ੇਅਰ ਜਿਹੜਾ ਹੈ ਫੇਸਬੁੱਕ ਨੇ ਪਰਚੇਸ ਕੀਤਾ ਹੈ। ਸੋ ਆਪਸ ਵਿੱਚ ਬੜੀ ਵੱਡੀ ਡੀਲ ਹੋਈ ਹੈ ਇਹਨਾਂ ਦੀ। ਇਹੀ ਕਾਰਨ ਹੈ ਕਿ ਪੂਰੀ ਦੁਨੀਆ ਦੇ ਵਿੱਚ ਸਿਰਫ 3-4 ਨਾਮ ਹੀ ਨੇ ਜੋ ਕਿ ਤਾਕਤਵਰ ਨੇ ਇਸ ਵਕਤ, ਠੀਕ ਹੈ। ਸੋ ਪੂਰੀ ਮੀਡੀਆ ਨੂੰ ਕੰਟਰੋਲ ਆਹੀ 3-4 ਬੰਦੇ ਕਰ ਰਹੇ ਨੇ, ਠੀਕ ਹੈ। ਉਸ ਤੋਂ ਬਾਅਦ ਜੇ ਕੋਈ ਅਸੀਂ ਗੱਲ ਕਰਦੇ ਕਿ ਹਾਂ ਵੀ ਇਹਨਾਂ ਨੂੰ ਫੇਵਰ ਕਰਨਾ ਹੈ ਨਾ, ਜੋ ਕਿ ਇਹਨਾਂ ਦੇ ਪੈਸਿਆਂ ਤੋਂ ਹੀ ਅਸੀਂ ਕਹਿੰਦੇ ਕਿ ਹਾਂ ਵੀ ਕੇਂਦਰ ਸਰਕਾਰ ਜਿਹੜੀ ਸੱਤਾ ਵਿੱਚ ਆਈ ਹੈ। ਇਸ ਵਿੱਚ ਕਾਫੀ ਵਾਰ ਇਸ ਦੇ ਡਿਬੇਟ ਵੀ ਹੋ ਚੁੱਕੇ ਨੇ। ਸੋ ਉਹ ਬੇਸਿਕਲੀ ਰੂਲ ਕਰ ਰਹੇ ਨੇ। ਸੋ ਪ੍ਰਧਾਨ ਮੰਤਰੀ ਤਾਂ ਬਹੁਤ ਨਿਰਦੋਸ਼ ਵਿਅਕਤੀ ਨੇ। ਅਸੀਂ ਐਵੇਂ ਉਹਨਾਂ ਨੂੰ ਸਵੇਰੇ ਸ਼ਾਮ ਉੱਠ ਕੇ ਉਹਨਾਂ ਨੂੰ, ਕਾਫੀ ਲੋਕ ਚਲੋ ਗਾਲਾਂ ਕੱਢਦੇ ਨੇ, ਕਾਫੀ ਕੁਛ ਉਹਨਾਂ ਨੂੰ ਜਿਉਂਦੇ ਜੀ ਉਹਨਾਂ ਦੇ ਮੈਂ ਕਹਿੰਦਾ ਸੰਸਕਾਰ ਕਰਤੇ, ਕਾਫੀ ਕੁਛ ਕਰਤਾ, ਟਾਇਰ ਸਾੜੇ, ਬੜਾ ਕੁਝ ਪੁਤਲੇ ਬਣਾ ਕੇ ਸਾੜੇ ਉਹਨਾਂ ਨੇ। ਸੋ ਤਾਂ ਨਿਰਦੋਸ਼ ਵਿਅਕਤੀ ਹੈ ਜਿਹਨੇ ਬਸ ਕਿਸੇ ਨੂੰ ਵਾਅਦਾ ਕੀਤਾ ਹੋਇਆ ਤੇ ਵਾਅਦਾ ਨਿਭਾਉਣ ਚੱਲਿਆ ਹੋਇਆ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ। ਤੇ ਅਸੀਂ ਲੋਕ ਬਸ ਅਸੀਂ ਉਸ ਭੋਲੇ ਜਿਹੇ ਇਨਸਾਨ ਨੂੰ ਨਾ ਕੁਝ ਮਾੜਾ ਬੰਦਾ ਬੋਲੀ ਜਾਂਦੇ। ਮੈਂ ਕਹਿਣ ਡਿਆ ਭਾਰਤ 'ਚ ਬਚੇ ਹੀ 2 ਭੋਲੇ ਆ, ਇੱਕ ਕੰਗਣਾ ਬਚ ਗਈ ਤੇ ਇੱਕ ਮੋਦੀ ਬਚ ਗਿਆ, ਹੋਰ ਕੋਈ ਭੋਲਾ ਹੈ ਹੀ ਨਹੀਂ ਆ। ਸੋ ਇਦਾਂ ਦੇ ਭੋਲੇ ਜੇ ਹੋਣ ਤਾਂ ਫਿਰ ਤਾਂ ਸਾਡੇ ਜਿਹੜੇ ਪੰਜਾਬੀ ਆ ਇਹ ਨਹੀਂ ਮੁੜਦੇ, ਇਹਨਾਂ ਨੂੰ ਚਲਾਕ ਬਣਾ ਕੇ ਮੁੜਨਗੇ। ਉਹ ਜਦੋਂ ਤੱਕ ਇਹ ਚਲਾਕ ਨਹੀਂ ਹੋਣਗੇ ਮੈਨੂੰ ਲੱਗਦਾ ਫਿਰ ਗੱਲ ਵੀ ਨਹੀਂ ਬਣਨੀ। ਇੱਥੇ ਅਸੀਂ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ, ਹੋਰ ਵੀ ਚਲਾਕੀਆਂ ਤੁਹਾਨੂੰ ਦੱਸਦੇ ਰਹਾਂਗੇ। ਦੇਖਦੇ ਰਹੋ ਪੰਜਾਬ ਮੇਲ USA TV। ਤੂੰ ਨਿੱਕੀ ਨਿੱਕੀ ਗੱਲ ਤੇ ਲੜਦਾ ਏ, ਮੈਨੂੰ ਪਰੇਸ਼ਾਨ ਤੂੰ ਕਰਦਾ ਏ, ਗਲਤੀਆਂ ਆਪੇ ਕਰ ਕੁਰ ਕੇ ਦੋਸ਼ ਮੇਰੇ ਤੇ ਤਰਦਾ ਏ। ਕਦੋਂ ਦੀ ਛੱਡ ਜਾਂਦੀ ਤੈਨੂੰ, ਮੈਂ ਦਿਲ ਚੋਂ ਕੱਢ ਜਾਂਦੀ ਤੈਨੂੰ। ਹਰ ਵਾਰੀ ਮੈਂ ਤਾਂ ਦਿਲ ਹੱਥੋਂ ਮਰਦੀਆਂ ਵੇ, ਮੈਂ ਤੈਨੂੰ ਪਿਆਰ ਕਰਦੀ ਆਂ, ਤਾਈਓ ਤੇਰੇ ਨਖਰੇ ਕਰਦੀ ਆਂ। ਰੀਅਲ ਏਸਟੇਟ ਤੇ ਮਾਰਟਗੇਜ ਦੀ ਦੁਨੀਆ ਵਿੱਚ ਇੱਕ ਭਰੋਸੇਮੰਦ ਨਾਮ ਜ਼ੈਂਡਰ ਮਾਰਟਗੇਜ ਤੇ ਰੀਅਲ ਏਸਟੇਟ ਦੇ ਮੋਹਨ ਚੀਮਾ ਤੇ ਉਹਨਾਂ ਦਾ ਤਜਰਬੇਕਾਰ ਸਟਾਫ ਤੁਹਾਨੂੰ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਉਹਨਾਂ ਕੋਲੋਂ ਘਰ ਖਰੀਦ ਸਕਦੇ ਹੋ, ਵੇਚ ਸਕਦੇ ਹੋ, ਜਾਂ ਘਰ ਦੀ ਮਾਰਟਗੇਜ ਕਰਾ ਸਕਦੇ ਹੋ, ਜਾਂ ਫਿਰ ਆਪਣੇ ਘਰ ਨੂੰ ਰੀਫਾਈਨਾਂਸ ਵੀ ਕਰਾ ਸਕਦੇ ਹੋ। ਇਸ ਦੇ ਨਾਲ ਕਮਰਸ਼ੀਅਲ ਤੇ ਫਾਰਮਿੰਗ ਦੀ ਰੀਅਲ ਏਸਟੇਟ ਤੇ ਇਹ ਲੋਨ ਵੀ ਕਰਾਉਂਦੇ ਨੇ। ਅੱਜ ਹੀ ਕਾਲ ਕਰੋ ਬ੍ਰੋਕਰ ਮੋਹਨ ਚੀਮਾ ਨੂੰ। ਫੋਨ 559 825 5555 5525 ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅਖਬਾਰਨਾਮਾ ਤੇ ਖਹਿਰਾ ਸਾਹਿਬ ਜਿਹੜੀਆਂ ਭੋਲੀਆਂ ਤੇ ਚਲਾਕ ਵਾਲੀਆਂ ਜਿਹੜੀਆਂ ਗੱਲਾਂ ਸੀਗੇ ਉਹ ਦੱਸ ਰਹੇ ਸੀਗੇ। ਤੇ ਥੋੜੀ ਚਲਾਕੀ ਇੱਥੇ ਇਹ ਵੀ ਦੱਸਦੀ ਹੈ ਕਿ ਜਿਹੜੇ ਕਿਸਾਨ ਨੇ ਉਹ ਅਲੱਗ-ਅਲੱਗ ਸੂਬਿਆਂ ਤੋਂ ਆ ਰਹੇ ਨੇ, ਇਕੱਠੇ ਹੋ ਰਹੇ ਨੇ, ਦਿੱਲੀ ਵਿੱਚ ਹੋ ਰਹੇ ਨੇ, ਜਾਂ ਜਿੱਥੇ ਜਗ੍ਹਾ ਮਿਲੇ ਉੱਥੇ ਬਹਿ ਕੇ ਧਰਨਾ ਦੇ ਰਹੇ ਨੇ। ਪਰ ਇੱਥੇ ਜਿਹੜੀ ਚਲਾਕੀਆਂ ਨੇ ਉਹ ਵਰਤ ਰਹੀ ਹੈ ਆਪਣੀ ਕੇਂਦਰ ਸਰਕਾਰ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਦੇਖੋ ਹੁਣ ਤੇ ਸ਼ਾਇਦ ਇਹ ਲੋਕਾਂ ਦਾ ਹੜ ਹੈ, ਨਾ ਇਹ ਰੁਕਣਾ ਆ ਤੇ ਨਾ ਹੀ ਇਹ ਝੁਕਣਾ ਆ। ਸੋ ਦੇਖੋ ਜਦੋਂ ਆਪਾਂ ਜਿਹੜੀ ਗੱਲ ਕਰ ਲਈਏ ਕਿ 2018 ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਹੁੰਦੀ ਹੈ, ਜਿਹੜੇ ਮਹਾਰਾਸ਼ਟਰ ਦੇ ਵਿੱਚ ਕਿਸਾਨ ਤੁਰ ਕੇ ਆਉਂਦੇ ਨੇ, ਉਦੋਂ ਸ਼ਾਇਦ ਉਹ ਮੀਡੀਆ ਦੇ ਵਿੱਚ ਇੰਨੀ ਹਾਈਲਾਈਟ ਨਹੀਂ ਹੋਈ ਸੀਗੀ। ਪਰ ਹੁਣ ਇਹ ਉਹੀ ਜਿਹੜੇ ਮਹਾਰਾਸ਼ਟਰ ਵਾਲੇ ਕਿਸਾਨ ਨੇ ਇਹ ਫਿਰ ਇੱਕ ਵਾਰ ਦਿੱਲੀ ਆਉਣ ਡੇ ਨੇ। ਤਕਰੀਬਨ ਜਿਹੜੇ ਨੇ 20,000 ਦੇ ਜਿਹੜੇ ਤਕਰੀਬਨ ਇਹ ਕਰੀਬ ਨੇ, ਇਹ ਦੁਬਾਰਾ ਦਿੱਲੀ ਆਉਣ ਡੇ ਨੇ ਔਰ ਆਪਣੇ ਜਿਹੜੇ ਇਸ ਵਾਰ ਟਰੱਕ ਟਰਾਲੀਆਂ ਜਿਹੜੇ ਨੇ ਜਾਂ ਵੈਨਾਂ ਜਿਹੜੀਆਂ ਨੇ ਭਰ ਕੇ ਆਉਣ ਡੇ ਨੇ। ਤੇ ਫਿਰ ਜਿਹੜੇ ਦਿੱਲੀ ਨਹੀਂ ਆਏ ਉਹ ਮੁੰਬਈ ਪਹੁੰਚ ਗਏ ਨੇ। ਤੇ ਮੁੰਬਈ ਜਿਹੜਾ ਜਿੱਥੇ ਰਿਲਾਇੰਸ ਵਾਲਿਆਂ ਦਾ ਜਿਹੜਾ ਇੱਕ ਦਫ਼ਤਰ ਹੈ ਉਹ ਉਹਨਾਂ ਦਾ ਘਰਾ ਕੀਤਾ, ਉਹਦੇ ਮੂਹਰੇ ਇਹਨਾਂ ਨੇ ਆਪਣੇ ਲੋਕ ਗੀਤ ਗਾਏ। ਇਸ ਵਾਰ ਦੇਖਣ ਵਾਲੀ ਗੱਲ ਹੈ ਕਿ ਮੈਂ ਕੱਲ੍ਹ ਜਦੋਂ ਇਹ TV ਦੇਖ ਰਿਹਾ ਸੀ ਤਾਂ ਲਗਾਤਾਰ ਮਹਾਰਾਸ਼ਟਰ ਤੋਂ ਲਾਈਵ ਦੇਖਣ ਨੂੰ ਮਿਲ ਰਿਹਾ ਸੀਗਾ। ਸੋ ਤੁਸੀਂ ਜੱਜ ਕਰ ਲਓ ਕਿ ਇੱਕ ਲੋਕ ਅੰਦੋਲਨ ਨੇ, ਇੱਕ ਉਸ ਅੰਦੋਲਨ ਨੇ ਜਿਹੜਾ ਆਪਦੇ ਹੱਕਾਂ ਲਈ ਖੜ ਗਿਆ, ਉਹਨੇ ਕਿੰਨਾ ਕੁਛ ਬਦਲ ਦਿੱਤਾ। ਮੈਂ ਜਦੋਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ, ਜਦੋਂ ਮੈਂ ਦਿੱਲੀ ਹਾਂ ਤੇ ਅਸੀਂ ਲਗਾਤਾਰ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉੱਥੇ ਜੀ ਵਾਲੇ ਬੈਨ ਸੀਗੇ। ਤੇ ਜੀ ਵਾਲੇ ਜਿਹੜੇ ਸੀਗੇ ਹੁਣ ਉਹਨਾਂ ਦੇ ਉੱਤੇ ਤਾਂ ਬਈ ਜਿਹੜੇ ਛੋਟੇ ਐਂਕਰ ਆ ਉਹਨਾਂ ਦੇ ਉੱਤੇ ਤਾਂ ਫਿਰ ਟਾਰਗੇਟ ਹੁੰਦਾ ਵੀ ਤੁਸੀਂ ਲੈ ਕੇ ਆਉਣੀ ਖਬਰ, ਜਾਓ ਖਬਰ ਲੈ ਕੇ ਆਓ, ਅੰਦਰ ਦੀ ਗੱਲ ਕਰ ਕੇ ਆਓ। ਉਹ ਫਿਰ ਆਪਣੇ ਮਾਈਕਾਂ ਤੋਂ ਆਈਡੀਆਂ ਲਾ ਕੇ ਆਉਂਦੇ ਸੀਗੇ। ਉਹ ਭੋਲੇ ਜੋ ਹੈਗੇ ਨੇ, ਮੈਂ ਦੱਸਿਆ ਵੀ ਜਾਂ ਤਾਂ ਫਿਰ ਕੰਗਣਾ ਭੋਲੀ ਹੈ ਜਾਂ ਫਿਰ ਮੋਦੀ ਭੋਲਾ ਹੈ ਤੇ ਜਾਂ ਫਿਰ ਹੁਣ ਜਿਹੜੇ ਆ ਜੀ ਨਿਊਜ਼ ਤੇ ਰਿਪਬਲਿਕ TV ਵਾਲੇ ਉਹ ਤਾਂ ਜ਼ਿਆਦਾ ਹੀ ਕੁਛ ਭੋਲੇ ਆ। ਫਿਰ ਇਹਨਾਂ ਨੂੰ ਚਲਾਕੀਆਂ ਸਿਖਾਉਣ ਦੇ ਲਈ ਉਹਨਾਂ ਨੇ ਕਹਿ ਦਿੱਤਾ ਵੀ ਭਾਈ ਤੁਸੀਂ ਜਿਹੜੇ ਨੇ ਇਸ ਅੰਦੋਲਨ ਦੇ ਵਿੱਚ ਨਹੀਂ ਆਉਣਾ ਹੈਗਾ। ਜਿੱਥੇ ਲੀਡਰ ਬੈਨ ਆ, ਜਿੱਥੇ ਸਾਡੇ ਮਾਣਯੋਗ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਬੈਨ ਆ, ਉੱਥੇ ਇਹ ਜਿਹੜੇ ਭੋਲੇ ਜਿਹੜੇ ਐਂਕਰ ਨੇ ਜਾਂ ਭੋਲੇ ਜਿਹੜੇ ਚੈਨਲ ਨੇ ਉਹ ਵੀ ਇਹਨਾਂ ਨੇ ਬੈਨ ਕਰ ਦਿੱਤੇ।
ਸੋ ਇਹਨਾਂ ਨੂੰ ਚਲਾਕੀਆਂ ਸਿਖਾਉਣੀਆਂ ਅਜੇ ਬਾਕੀ ਹੈ। ਜੀ ਖੈਰ ਸਾਹਿਬ, ਜੇਕਰ ਹੁਣ ਅਸੀਂ ਦੁਬਾਰਾ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਕੁਝ ਕਾਫੀ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਨੇ ਉਹ ਵੀ ਸਾਹਮਣੇ ਆ ਰਹੀਆਂ ਸਨ ਕਿ ਕਾਫੀ ਸਾਰੇ ਜਿਹੜੇ ਕਿਸਾਨ ਨੇ 3 ਦਰਜਨ ਦੇ ਤਕਰੀਬਨ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋ ਚੁੱਕੇ ਨੇ। 2 ਕੁ ਦਿਨ ਪਹਿਲਾਂ ਇੱਕ ਕਿਸਾਨ ਜੋ ਕਿ ਕਾਫੀ ਦੇਰ ਉੱਥੇ ਅੰਦੋਲਨ ਦਾ ਹਿੱਸਾ ਬਣੇ ਰਹੇ ਐਂਡ ਜਦੋਂ ਘਰ ਵਾਪਸ ਪਰਤੇ ਤਾਂ ਉਹਨਾਂ ਨੇ ਘਰੇ ਆ ਕੇ ਜ਼ਹਿਰ ਖਾ ਲਿਆ। ਸੋ ਉੱਥੇ ਹੁਣ ਜਿਹੜੇ ਕਿਸਾਨ ਆਗੂ ਨੇ ਉਹ ਸਾਰਿਆਂ ਨੂੰ ਇੱਕੋ ਅਪੀਲ ਕਰ ਰਹੇ ਨੇ ਐਂਡ ਅਸੀਂ ਵੀ ਇਹੀ ਅਪੀਲ ਕਰਦੇ ਨੇ ਕਿ ਹਾਂ ਵੀ ਜਿਹੜਾ ਖੁਦਕੁਸ਼ੀ ਹੈ ਉਹ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਐਂਡ ਸਾਰੇ ਇੱਕੋ ਗੱਲ ਕਰ ਰਹੇ ਨੇ ਕਿ ਹਾਂ ਵੀ ਅਸੀਂ ਆਪਣੇ ਆਖਰੀ ਸਾਹਾਂ ਤੱਕ ਲੜਾਂਗੇ ਤਾਂ ਜੋ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਜਦੋਂ ਇਤਿਹਾਸ ਫਰੋਲੇਗੀ, ਦੇਖੇਗੀ, ਪੜ੍ਹੇਗੀ ਤਾਂ ਉੱਥੇ ਇਹ ਨਾ ਲੱਗਿਆ ਜਾਵੇ, ਉੱਥੇ ਇਹ ਨਾ ਪੜ੍ਹਿਆ ਜਾਵੇ ਕਿ ਹਾਂ ਵੀ ਸਾਡੇ ਜਿਹੜੇ ਬਜ਼ੁਰਗ ਸੀਗੇ, ਸਾਡੇ ਤੋਂ ਜਿਹੜੇ ਵੱਡੇ ਸੀਗੇ ਉਹ ਜੀ ਹਾਰ ਮੰਨ ਗਏ ਜਾਂ ਉਹਨਾਂ ਨੇ ਕੁਝ ਅਜਿਹਾ ਸਟੈਪ ਚੱਕ ਲਿਆ। ਸੋ ਇਹੀ ਲੱਗਣਾ ਚਾਹੀਦਾ ਕਿ ਹਾਂ ਵੀ ਉਹ ਚਟਾਨ ਦੇ ਵਾਂਗੂ ਨਾ ਉਹ ਖੜੇ ਰਹੇ ਐਂਡ ਆਪਣੀ ਜਿਹੜੀ ਗੱਲ ਹੈ ਉਹ ਮਨਾ ਕੇ ਹੀ ਵਾਪਸ ਪਰਤੇ ਨੇ। ਸੋ ਜਿਹੜੀ ਕਿਸਾਨੀ ਅੰਦੋਲਨ ਦੀ ਜਿਹੜੀ ਗੱਲਬਾਤ ਹੈ ਹੁਣ ਇੱਥੇ ਅਸੀਂ ਖਤਮ ਕਰਦੇ ਹਾਂ ਕਿਉਂਕਿ ਹੋਰ ਵੀ ਸਾਰੇ ਜਿਹੜੇ ਮੁੱਦੇ ਨੇ, ਇੰਟਰਨੈਸ਼ਨਲ ਜਿਹੜੇ ਮੁੱਦੇ ਨੇ ਉਹ ਵੀ ਅਸੀਂ ਕਵਰ ਕਰਨੇ ਨੇ ਪ੍ਰੋਗਰਾਮ ਦੇ ਵਿੱਚ ਕਿਉਂਕਿ ਸਾਡੀ ਜਿਹੜੀ ਆਡੀਅנס ਹੈ ਉਹ ਪੂਰੇ ਮੈਂ ਕਹਿੰਦਾ ਦੁਨੀਆ ਦੇ ਵਿੱਚ ਸਾਨੂੰ ਵੇਖਦੀ ਹੈ। ਸੋ ਖੈਰਾ ਸਾਹਿਬ, ਹੁਣ ਅਗਲੀ ਜਿਹੜੀ ਖਬਰ ਹੈ ਉਹ ਆ ਰਹੀ ਹੈ ਅਮਰੀਕਾ ਤੋਂ ਕਿਉਂਕਿ ਅਮਰੀਕਾ ਦੇ ਦੋਨੋਂ ਸਦਨਾਂ ਨੇ ਸੋਮਵਾਰ ਨੂੰ ਇੱਕ ਨਵਾਂ ਬਿੱਲ ਪਾਸ ਕੀਤਾ ਸੀਗਾ ਜਿਹਨੂੰ ਕਿਹਾ ਜਾ ਰਿਹਾ ਸੀਗਾ ਕਿ ਹਾਂ ਵੀ ਕੋਵਿਡ ਦਾ ਰਿਲੀਫ ਫੰਡ ਹੈ ਜੋ ਕਿ $900 ਬਿਲੀਅਨ ਜਿਹੜੇ ਨੇ। ਅੱਛਾ, ਵਿੱਚ ਆਪਾਂ ਥੋੜ੍ਹੀ ਗੱਲ ਭਾਰਤ ਦੀ ਵੀ ਕਰਦੇ ਰਹਾਂਗੇ ਕਿਉਂਕਿ ਭਾਰਤ ਵਿੱਚ ਵੀ 20 ਲੱਖ ਕਰੋੜ ਜਿਹੜਾ ਰਿਲੀਫ ਫੰਡ ਹੈ ਉਹ ਘੋਸ਼ਿਤ ਕੀਤਾ ਗਿਆ ਸੀਗਾ। ਕਿੱਥੇ ਕਿਹਨੂੰ ਮਿਲਿਆ ਸਾਨੂੰ ਪਤਾ ਨਹੀਂ। ਸੋ ਖੈਰਾ ਸਾਹਿਬ, ਜਿਹੜੀ ਅਮਰੀਕਾ ਨੇ ਹੈ ਨਾ $900 ਬਿਲੀਅਨ ਜਿਹੜਾ ਹੈ ਅਮਰੀਕੀ ਰਿਲੀਫ ਫੰਡ ਜਿਹੜਾ ਹੈ ਉਹ ਤਿਆਰ ਕੀਤਾ। ਸੋ ਜਿਹੜਾ ਅਮਰੀਕਾ ਹੈ ਉਹ ਅਜਿਹਾ ਇੱਕ ਮੁਲਕ ਹੈ ਜਿੱਥੇ ਜੇ ਕੋਈ ਚੀਜ਼ ਕੋਈ ਇੱਕ ਤਿਆਰ ਕੀਤੀ ਜਾਂਦੀ ਹੈ, ਕੋਈ ਅਨਾਉਂਸ ਕੀਤੀ ਜਾਂਦੀ ਹੈ ਸੋ ਟਰਾਂਸਪੇਰੈਂਸੀ ਦੇ ਅੰਡਰ ਵੀ ਰਹਿੰਦੀ ਹੈ ਕਿ ਹਾਂ ਵੀ ਉਹ ਚੀਜ਼ਾਂ ਯੂਜ਼ ਹੁੰਦੀਆਂ ਨੇ। ਸੋ ਇਸ ਜਿਹੜੀ ਬਿੱਲ ਦੀ ਖਾਸੀਅਤ ਗੱਲ ਆ ਸੀਗੀ ਕਿ ਹਾਂ ਵੀ ਜਿਹੜੇ ਕੰਮ ਤੋਂ ਕਿਉਂਕਿ ਕਰੋਨਾ ਦੇ ਕਰਕੇ ਕਾਫੀ ਲੋਕਾਂ ਦਾ ਜਿਹੜਾ ਕੰਮ ਹੈ ਉਹ ਬੰਦ ਹੋ ਗਿਆ ਸੀਗਾ, ਕਾਫੀ ਲੋਕ ਬੇਰੁਜ਼ਗਾਰ ਹੋ ਗਏ ਸੀਗੇ। ਸੋ ਇਸ ਰਿਲੀਫ ਫੰਡ ਦੇ ਅੰਡਰ ਹਰ ਇੱਕ ਜਿਹੜਾ ਵਿਅਕਤੀ ਜਿਸ ਦੀ ਨੌਕਰੀ ਛੁੱਟੀ ਹੈ ਉਸ ਨੂੰ $300 ਤੋਂ ਲੈ ਕੇ $600 ਪ੍ਰਤੀ ਹਫ਼ਤਾ ਮਿਲਣਾ ਸੀ। ਸੀ ਮੈਂ ਤਾਂ ਵਰਡ ਯੂਜ਼ ਕਰ ਰਿਹਾ ਕਿਉਂਕਿ ਹੁਣੇ ਜਿਹੜੀ ਖਬਰ ਆਈ ਹੈ ਕਿ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਹੋਣੀ ਹੈ ਨਾ ਉਹਨਾਂ ਨੇ ਇਸ ਬਿੱਲ ਉੱਤੇ ਸਾਈਨ ਕਰਨ ਤੋਂ ਮਨਾ ਕਰ ਦਿੱਤੇ ਨੇ। ਕਹਿੰਦੇ ਕਿ ਬਈ ਆਹ ਤਾਂ ਬਹੁਤ ਛੋਟੀ ਅਮਾਊਂਟ ਹੈ, ਜਿਹੜੀ ਅਮਾਊਂਟ ਹੈ ਉਹ ਤਾਂ ਮੈਂ ਕਹਿੰਦਾ ਜੀ ਵੱਡੀ ਹੋਣੀ ਚਾਹੀਦੀ ਹੈ। ਉਹ 600 ਦੀ ਬਜਾਏ 2000 ਜਾਂ $4000 ਹੋਣੇ ਚਾਹੀਦੇ ਨੇ। ਚਲੋ ਇੱਥੇ ਮੈਂ ਪਹਿਲੀ ਵਾਰੀ ਇਹਨਾਂ ਦੀ ਥੋੜ੍ਹੀ ਹਮਾਇਤ ਕਰਾਂਗਾ ਕਿ ਹਾਂ ਵੀ ਗੱਲ ਤਾਂ ਇਹਨਾਂ ਨੇ ਸਿਆਣੀ ਆਖੀ ਹੋਵੇਗੀ ਕਿ ਹਾਂ ਵੀ ਜਿਹੜੇ ਪੈਸੇ ਨੇ ਉਹ ਵੱਧ ਮਿਲਣੇ ਚਾਹੀਦੇ ਨੇ। ਪਰ ਇੱਥੇ ਫੇਰ ਰਹਿਣਾ ਤੇ ਥੋੜ੍ਹਾ ਜਿਹਾ ਤੰਜ ਕਿਸੇ ਨੂੰ ਦਿਲ ਕਰਦਾ ਕਿ ਬਈ ਜੇ ਕਰੋਨਾ ਦਾ ਇੰਨਾ ਨੁਕਸਾਨ ਹੋਇਆ ਅਮਰੀਕਾ ਦੇ ਵਿੱਚ ਤੇ ਕਿਸ ਸ਼ਖਸ ਕਰਕੇ ਹੋਇਆ, ਐਨਾ ਕਰਕੇ ਹੋਇਆ। ਤੁਸੀਂ ਮੈਂ ਕਹਿੰਦਾ ਕਿ ਇਹਨਾਂ ਨੂੰ ਫੋਨ ਫਾਨ ਕਾਹਤੋਂ ਨਹੀਂ ਕਰਦੇ ਹੁੰਦੇ ਤੇ ਤੁਹਾਡੀ ਇੰਨੀ ਬਹਿਣੀ ਉੱਠਣੀ ਆ, ਤੁਸੀਂ ਇੰਨੇ ਦੋਸਤ ਤਕੜੇ ਹੋ ਤੇ ਕਦੀ ਸਮਝਾਇਆ ਕਰੋ ਇਹਨਾਂ ਨੂੰ ਵੀ ਬਈ ਆਹ ਜਿਹੜੀਆਂ ਜਿੱਦਾਂ ਕਰਦਾ ਰਹਿਣਾ ਇਹ ਛੱਡ ਦਿਆ ਕਰ ਭੋਲਿਆ, ਐਵੇਂ ਇਹਨਾਂ ਦੇ ਵਿੱਚ ਕੱਖ ਨਹੀਂ ਰੱਖਿਆ। ਇੱਕ ਬੰਨੇ ਤਾਂ ਤੂੰ ਸਾਰਾ ਵਿਗਾੜ ਦਿੱਤਾ। ਇੱਦਾਂ ਹੁੰਦਾ ਨਾ ਕਿ ਕਈ ਵਾਰੀ ਤੁਹਾਡਾ ਕੋਈ ਨੁਕਸਾਨ ਹੋ ਜਾਵੇ ਕੁਦਰਤੀ ਆਫਤ ਦਾ ਕਰਕੇ ਤੇ ਫਿਰ ਥੋੜ੍ਹਾ ਬਹੁਤਾ ਸਰਕਾਰ ਕਹਿੰਦੀ ਆ ਵੀ ਚੱਲ ਦੇ ਦਿੰਦੇ ਆ ਵੀ ਥੋੜ੍ਹਾ ਹੱਲ ਹੋਇਆ। ਇੱਕ ਬੰਨੇ ਤਾਂ ਤੂੰ ਸਾਰੇ ਬੰਨੇ ਸਾਨੂੰ ਫਾਹੇ ਲਾ ਦਿੱਤਾ। ਤੂੰ ਉਹੀ ਬੰਦਾ ਜਿਹੜਾ ਕਹਿੰਦਾ ਸੀ ਮੈਂ ਮਾਸਕ ਨਹੀਂ ਪਾਉਣਾ, ਸੈਨੀਟਾਈਜ਼ਰ ਦੇ ਟੀਕੇ ਲਾ ਦਿਓ, ਮਜ਼ਾਕਾਂ ਕਰਦਾ ਸੀ। ਤੇ ਜੇ ਹੁਣ ਕੋਈ ਭਲਾ ਲੋਕ ਆ ਕੇ ਕਹਿੰਦਾ ਵੀ ਚਲੋ ਇੰਨੇ ਕੁ ਪੈਸੇ ਦੇ ਦਿਓ, ਇਹ ਜਿਹੜੇ ਪੈਸੇ ਨੇ ਹਫਤੇ ਦੇ ਆ ਤੇ ਜੇ ਦੇ ਦੇਣ ਤੇ ਜਾਣ ਕਿਉਂਕਿ ਅਮਰੀਕਨ ਜਦੋਂ ਵੀ ਕੁਛ ਬਣਾਉਂਦਾ ਹੈ ਨਾ ਤੇ ਉਹ ਅਗਲਾ ਪਿਛਲਾ ਸਭ ਕੁਝ ਦੇਖ ਕੇ ਬਣਾਉਂਦਾ। ਇਹ ਭਾਰਤ ਵਾਂਗੂ ਥੋੜ੍ਹੀ ਕਿ ਕੋਈ ਰਿਵਾਈਵਲ ਇਕੋਨਮੀ ਪ੍ਰੋਗਰਾਮ ਆ ਜਿਹੜਾ 3 ਦਿਨ ਸਮਝਾਉਣ ਨੂੰ ਹੀ ਲੱਗ ਜਾਂਦੇ ਆ। ਉਹ ਫਿਰ ਜਿਹੜੇ ਸਮਝਾਉਂਦੇ ਹੁੰਦੇ ਉਹ ਲੱਗਦਾ ਇਹਨਾਂ ਨੂੰ ਆਪ ਨੂੰ ਨਹੀਂ ਸਮਝ ਹੈਗੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈ ਅਮਰੀਕਾ ਇੱਕ ਚੰਗਾ ਕਦਮ ਰੱਖ ਰਿਹਾ। ਬਾਕੀ ਜੇ ਨਾ ਵੀ ਸਾਈਨ ਕਰੂਗਾ ਤੇ 20 ਤਰੀਕ ਨੂੰ ਬੱਲੇ ਬੱਲੇ ਹੋ ਜਾਣੀ ਆ ਤੇ ਉਸ ਤੋਂ ਬਾਅਦ ਤਾਂ ਫਿਰ ਜਿਹੜਾ ਆ ਕਹਿੰਦੇ ਨਹੀਂ ਹੁੰਦੇ ਵੀ ਚੌਂਕਾ ਵੀ ਆਪਣਾ ਤੇ ਚੁੱਲ੍ਹਾ ਵੀ ਆਪਣਾ ਤੇ ਰੋਟੀਆਂ ਤਾਂ ਫਿਰ ਇਕੱਠੇ ਬਹਿ ਕੇ ਖਾ ਲਾਂਗੇ। ਸੋ ਤੁਸੀਂ ਕਿਤੇ ਨਾ ਕਿਤੇ ਪਹਿਲਾਂ ਉਹਨੂੰ ਸਮਝਾ ਲਓ ਵੀ ਜਾਂਦਾ ਹੋਇਆ ਫਿਰ ਨਾ ਕਿਤੇ ਸਿਰ ਸਵਾਹ ਪਾ ਲਈ, ਇੱਕ ਫੋਨ ਕਰ ਦਿਓ ਪ੍ਰੋਗਰਾਮ ਤੋਂ ਬਾਅਦ ਤੇ ਤਾਂ ਜੋ ਜਿਹੜਾ ਆ ਉਹਨਾਂ ਨੂੰ ਗੱਲ ਪਤਾ ਲੱਗ ਜਾਵੇ। ਖੈਰਾ ਸਾਹਿਬ, ਜਦੋਂ ਕੋਈ ਨਵੀਂ ਵੋਟੀ ਹੈ ਨਾ ਜਿਹੜਾ ਉਹਦਾ ਕੋਈ ਨਵਾਂ ਵਿਆਹ ਹੁੰਦਾ ਤਾਂ ਸਟਾਰਟਿੰਗ ਦੇ ਜਿਹੜੇ ਦਿਨ ਹੁੰਦੇ ਨੇ ਉਦੋਂ ਜਿਹੜੀ ਸੱਸ ਨੂੰ ਕੁਝ ਨਹੀਂ ਕਹਿੰਦੀ ਕਿ ਹਾਂ ਵੀ ਤੂੰ ਕੰਮ ਨਾ ਕਰ, ਕੋਈ ਗੱਲ ਨਹੀਂ, ਪੋਚੇ ਵੀ ਨਾ ਲਾ, ਭਾਂਡੇ ਵੀ ਨਾ ਮਾਂਜ ਤੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਹਾਂ ਵੀ ਜੀ ਹਨੀਮੂਨ ਪੀਰੀਅਡ ਹੈ ਨਾ ਕਿ ਕੁਛ ਨਹੀਂ ਕਰਨਾ, ਬਸ ਠੀਕ ਹੈ ਜੀ, ਤੁਸੀਂ ਬਸ ਸਵੀਟ ਟਾਈਮ ਜਿਹੜਾ ਹੈ ਇੰਜੋਏ ਕਰਨਾ। ਸੋ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਟਰੰਪ ਸਾਹਿਬ ਨੂੰ ਆਪਣਾ ਹਨੀਮੂਨ ਟਾਈਮ ਜਿਹੜਾ ਹੈ ਉਹ ਇੰਜੋਏ ਕਰਨਾ ਚਾਹੀਦਾ। ਕਿਉਂਕਿ ਰਹਿ ਗਏ ਉਹਨਾਂ ਦੇ ਸਿਰਫ ਗਿਣਤੀ ਦੇ 27-28 ਦਿਨ ਰਹਿ ਗਏ, ਠੀਕ ਹੈ। ਸੋ ਇਸ ਵਿਅਕਤ ਨੂੰ ਇਸ ਜਿਹੜਾ ਸਮਾਂ ਹੈ ਬੜੇ ਪਿਆਰ ਨਾਲ ਬਿਤਾਉਣਾ ਚਾਹੀਦਾ ਹੈ ਨਾ ਐਂਡ ਜਿਹੜੀਆਂ ਗਲਤੀਆਂ ਕੀਤੀਆਂ ਉਹਦੇ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਜਿਹੜੇ ਕੁਝ ਅਪਸ਼ਬਦ ਜਿਹੜੇ ਬੋਲਦੇ ਨੇ ਜੋ ਕਿ ਮੈਨੂੰ ਲੱਗਦਾ ਮਾਸ਼ਾਅੱਲਾ ਬੜੇ ਜ਼ਿਆਦਾ ਬੋਲੇ ਹੋਣੇ ਇਹਨਾਂ ਨੇ ਹੈ ਨਾ। ਸੋ ਜੋ ਵੀ ਆ ਮਤਲਬ ਉਹ
ਟਾਈਮ ਬੜੇ ਪਿਆਰ ਨਾਲ ਬਿਤਾਉਣਾ ਚਾਹੀਦਾ, ਨਾ ਕਿ ਕੋਈ ਅਜਿਹੀਆਂ ਗੱਲਾਂ ਜਾਂ ਅਜਿਹੇ ਕੰਮ ਕਰਨੇ ਚਾਹੀਦੇ ਨੇ ਕਿ ਹਾਂ ਵੀ ਦੁਬਾਰਾ ਲੋਕੀ ਯਾਦ ਵੀ ਨਾ ਕਰਨ, ਯਾਦ ਕਰਨ ਤਾਂ ਜਿਹੜੀ ਗਾਲਾਂ ਗੂਲਾਂ ਕੱਢ ਕੇ ਜਾਂ ਕੁਝ ਹੋਰ ਮਾੜੇ ਸ਼ਬਦ ਬੋਲ ਕੇ ਯਾਦ ਕਰਨ। ਸੋ ਇਹਨਾਂ ਨੂੰ ਹਾਂ ਫੋਨ ਦੀ ਗੱਲ ਕੀਤੀ ਤੇ ਮੈਂ ਟਰਾਈ ਜ਼ਰੂਰ ਕਰਾਂਗਾ। ਤੁਸੀਂ ਜੋੜ ਦਿੱਤਾ ਇਸ ਪ੍ਰੋਗਰਾਮ ਦੇ ਵਿੱਚ ਕਿ ਹਾਂ ਵੀ ਜਿਹੜੇ ਟਰੰਪ ਸਾਹਿਬ ਨੇ ਉਹ ਮੋਹਿਤ ਦੇ ਦੋਸਤ ਨੇ, ਕਾਸ਼ ਹੁੰਦੇ ਤੇ ਸ਼ਾਇਦ ਮੈਂ ਸਮਝਾ ਪਾਉਂਦਾ। ਸੋ ਚਲੋ ਠੀਕ ਹੈ ਜੀ, ਅਸੀਂ ਹੁਣ ਜਿਹੜੀ ਗੱਲਬਾਤ ਲਾਸਟ ਥੋੜ੍ਹੀ ਤੋਰਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ, ਹੈ ਨਾ, ਕਿਉਂਕਿ ਯੂਕੇ ਦਾ ਜਿਹੜਾ ਨਵਾਂ ਕਰੋਨਾ ਵਾਇਰਸ ਸਟ੍ਰੇਨ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਜਿਹੜਾ ਬਣਾ ਚੁੱਕਿਆ ਹੈ, ਕਿਉਂਕਿ ਆਲਰੇਡੀ ਅਸੀਂ ਕਰੋਨਾ ਤੋਂ ਬਾਹਰ ਨਿਕਲਣ ਦੀ ਮੈਂ ਕਹਿੰਦਾ ਬੜੀ ਜੱਦੋ-ਜਹਿਦ ਅਸੀਂ ਕੀਤੀ ਹੈ ਪੂਰਾ ਸਾਲ, ਐਂਡ ਫਾਈਨਲੀ ਸਾਨੂੰ 2 ਵੈਕਸੀਨੇਸ਼ਨ ਮਿਲੀਆਂ ਤੇ ਹਜੇ ਲੋਕਾਂ 'ਚ ਥੋੜ੍ਹੀ ਜਿਹੀ ਉਮੀਦ ਦੀ ਕਿਰਨ, ਥੋੜ੍ਹੀ ਜਿਹੀ ਖੁਸ਼ੀ ਹਜੇ ਸਾਹਮਣੇ ਆਈ ਸੀਗੀ ਕਿ ਨਾਲ ਹੀ ਹਾਂ ਵੀ ਯੂਕੇ ਤੋਂ ਨਵਾਂ ਵਾਇਰਸ ਉੱਠ ਗਿਆ ਕਿ ਲੋ ਜੀ ਮੈਂ ਆ ਗਿਆ। ਅੱਛਾ, ਪਹਿਲਾਂ ਤਾਂ ਮੋਹਿਤ ਜੀ ਮੈਨੂੰ ਇਹ ਦੱਸੋ ਕਿ ਇਹ ਨਵਾਂ ਵਾਇਰਸ ਹੈ ਕਿੱਦਾਂ, ਕਿਉਂਕਿ ਜਦੋਂ ਅਸੀਂ ਦਿੱਲੀ ਸੀਗੇ ਨਾ ਸਾਨੂੰ ਤਾਂ ਉੱਥੇ ਪੁਰਾਣੇ ਵਾਇਰਸ ਦੀ ਵੀ ਯਾਦ ਭੁੱਲ ਗਈ, ਤਾਂ ਤੁਸੀਂ ਇਹ ਨਵੇਂ ਵਾਲਾ ਵੀ ਸਾਨੂੰ ਦੱਸ ਦਿਓ ਕੀ ਆ। ਬੇਸਿਕਲੀ ਇੱਕ ਨਵਾਂ ਮਿਊਟੈਂਟ ਹੈ, ਇੱਕ ਕਰੋਨਾ ਵਾਇਰਸ ਦੀ ਇੱਕ ਨਵੀਂ ਕਹਿ ਸਕਦੇ ਕਿ ਅਪਡੇਟਡ ਵਰਜ਼ਨ ਹੈ, ਜੋ ਕਿ ਪਹਿਲੇ ਕਰੋਨਾ ਵਾਇਰਸ ਨਾਲੋਂ ਥੋੜ੍ਹਾ ਜ਼ਿਆਦਾ ਸਪਰੈਡ ਜਿਹੜਾ ਹੋ ਰਿਹਾ ਹੈ ਨਾ, ਜਿਹਨੂੰ ਸੁਪਰ ਸਪਰੈਡਰ ਦਾ ਨਾਮ ਵੀ ਦਿੱਤਾ ਜਾ ਰਿਹਾ, ਐਂਡ 70% ਜ਼ਿਆਦਾ ਜਿਹੜਾ ਉਸ ਨੂੰ ਕਿਹਾ ਜਾ ਰਿਹਾ ਕਿ ਜਲਦੀ ਫੈਲਦਾ। ਸੋ ਇਹਦੇ ਉੱਪਰ ਅਲੱਗ-ਅਲੱਗ ਕੰਪਨੀ ਜਿਹੜੀਆਂ ਰਿਸਰਚ ਕਰ ਰਹੀਆਂ ਨੇ, ਜਿਵੇਂ ਬਾਇਓਨਟੈਕ ਜਿਹੜੀ ਕੰਪਨੀ ਹੈ ਫਾਈਜ਼ਰ ਦੇ ਨਾਲ ਜਿਹੜੀ ਕੰਮ ਕਰ ਰਹੀ ਹੈ, ਜਿਹੜੀ ਮੈਡੀਸਿਨ ਬਣਾਈ ਉਹਨਾਂ ਨੇ, ਸੋ ਉਹਨਾਂ ਨੇ ਆਖਿਆ ਕਿ ਹਾਂ ਵੀ ਜਿਹੜੀ ਸਾਡੀ ਦਵਾਈ ਉਹਦੇ 'ਤੇ ਵੀ ਕੰਮ ਕਰ ਰਹੀ ਹੈ। ਚਲੋ ਓਬਵੀਅਸਲੀ ਉਹ ਤਾਂ ਮਸ਼ਹੂਰੀ ਆਪਣੀ ਕਰਨਗੇ ਹੀ। ਇਸ ਤੋਂ ਇਲਾਵਾ ਹਾਲੇ ਕਾਫੀ ਸਾਰੇ ਵਿਗਿਆਨੀ ਨੇ ਉਹਨਾਂ ਨੇ ਕਿਹਾ ਕਿ ਨੋ ਡਾਊਟ ਸਪਰੈਡਿੰਗ ਜਿਹੜੀ ਹੈ ਉਹ ਜ਼ਿਆਦਾ ਹੈ, ਬਟ ਹਜੇ ਇਹਦੀ ਮੋਰਟੈਲਿਟੀ ਰੇਟ ਜਿਹੜਾ ਹੈ ਉਹ ਅਸੀਂ ਚੈੱਕ ਕਰਨਾ ਹੈ, ਕਿੰਨਾ ਕੁ ਨੁਕਸਾਨ ਪਹੁੰਚਾਉਂਦਾ ਅਸੀਂ ਆਹ ਚੈੱਕ ਕਰਨਾ ਹੈ। ਐਂਡ ਹਲੇ ਜਿਹੜੇ ਕੇਸ ਨੇ ਵੈਸੇ ਕਾਫੀ ਘੱਟ ਸਾਹਮਣੇ ਆਏ ਨੇ, ਬਟ ਫਿਰ ਵੀ ਕਾਫੀ ਸਾਰੀ ਕੰਟਰੀਜ਼ ਨੇ ਯੂਕੇ ਦੇ ਨਾਲ ਜਿਹੜਾ ਆਪਣਾ ਸਿੱਧਾ ਰਿਲੇਸ਼ਨ ਦਾ ਸੈਂਸ ਕਿ ਜਿਹੜੀਆਂ ਫਲਾਈਟਸ ਹੈ ਉਹ ਡਾਇਰੈਕਟਲੀ ਉਹਨਾਂ ਨੂੰ ਰੋਕ ਦਿੱਤਾ ਗਿਆ, ਐਂਡ ਭਾਰਤ ਵੀ ਸੂਚੀ ਵਿੱਚ ਸ਼ਾਮਲ ਹੈ। ਸੋ ਜਿਹੜੇ ਨਵੇਂ ਵਾਇਰਸ ਦੀ ਜਿਹੜੀ ਗੱਲਬਾਤ ਹੈ, ਚਲੋ ਮੈਂ ਤਾਂ ਕਹਿੰਦਾ ਪਹਿਲੇ ਵਾਂਗੂ ਅਸੀਂ ਅਣਗਹਿਲਾ ਨਾ ਕਰੀਏ, ਹੈ ਨਾ, ਜਿਵੇਂ ਅਮਰੀਕਾ, ਭਾਰਤ ਜਾਂ ਫਿਰ ਯੂਰਪ ਦੇ ਕੁਝ ਕੰਟਰੀਜ਼ ਨੇ ਕੀਤਾ, ਅਜਿਹੀ ਸਥਿਤੀ ਅਸੀਂ ਦੁਬਾਰਾ ਰਿਪੀਟ ਨਾ ਕਰੀਏ, ਕਿਉਂਕਿ ਹਾਲੇ ਅਸੀਂ ਆਲਰੇਡੀ ਇੱਕ ਪੈਂਡੈਮਿਕ ਤੋਂ ਬਾਹਰ ਨਹੀਂ ਆਏ, ਐਂਡ ਹਾਲਾਂਕਿ ਇਹ ਵੀ ਸੇਮ ਪੈਂਡੈਮਿਕ ਦਾ ਹਿੱਸਾ ਹੈ, ਬਟ ਫਿਰ ਵੀ ਅਸੀਂ ਸੁਚੇਤ ਰਹੀਏ ਐਂਡ ਆਪਣਾ ਐਂਡ ਆਪਣੇ ਪੂਰੇ ਪਰਿਵਾਰ ਦਾ ਚੰਗੀ ਤਰ੍ਹਾਂ ਧਿਆਨ ਰੱਖੀਏ। ਬਾਕੀ ਭਾਈ ਆਪਣਾ ਬਹੁਤ ਸਾਰਾ ਖਿਆਲ ਰੱਖਦੇ ਰਹੋ, ਔਰ ਇਮਿਊਨਿਟੀ ਵਧਾਉਣ ਲਈ ਤੁਸੀਂ ਦਿੱਲੀ ਵਾਲਾ ਗੇੜਾ ਲਾ ਸਕਦੇ ਹੋ। ਉੱਥੇ ਬਹੁਤ ਕੁਝ ਆ ਖਾਣ ਨੂੰ, ਖਾਸ ਦੁੱਧ ਵੀ ਮਿਲਦਾ, ਜਿਹਦੀ ਰਿਪੋਰਟ ਤੁਸੀਂ ਦੇਖ ਸਕਦੇ ਹੋ ਪੰਜਾਬ ਮੇਲ USA TV ਦੇ ਉੱਤੇ। ਔਰ ਅਸੀਂ ਚੱਲਦੇ ਹਾਂ ਫਿਰ, ਕਿਉਂਕਿ ਸਾਡਾ ਵੀ ਹੁਣ ਟਾਈਮ ਜਿਹੜਾ ਘਰਾਂ ਨੂੰ ਵਗਣ ਵਾਲਾ ਹੋ ਗਿਆ, ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।